ਸਤਨਾਮ ਸ੍ਰੀ ਵਾਹਿਗੁਰੂ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ब्रह्म ज्ञानी नाथ का नाथ, सदा जिउंदे ने ब्रह्म ज्ञानी, ब्रह्म ज्ञानी 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 सदा जिउंदे ने सदा जिउंदे ने ब्रह्म ज्ञानी, ब्रह्म ज्ञानी सदा जिउंदे ने ब्रह्म ज्ञानी, ब्रह्म ज्ञानी सदा जिउंदे ब्रह्म ज्ञानी, सदा जिउंदे 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 ब्रह्म ब्रह्म ज्ञानी, सदा जिउंदे ब्रह्म ज्ञानी सदा जिउंदे ब्रह्म ज्ञानी,
ਸਦਾ ਜਿਉਂਦੇ ਬ੍ਰਹਮ ਗਿਆਨੀ ਸਦਾ ਜਿਉਂਦੇ ਬ੍ਰਹਮ ਗਿਆਨੀ ਸਦਾ ਜਿਉਂਦੇ ਨੇ ਬ੍ਰਹਮ ਗਿਆਨੀ 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 ਬ੍ਰਹਮ ਗਿਆਨੀ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇਨਤੀ ਕੋ ਸੰਤ ਮਿਲੈ ਬਟ ਭਾਗੀ ਮਨ ਅਰਪੋ ਤਨ ਰਾਖੋ ਆਗੈ ਮਨ ਕੀ ਮਤ ਮੋਹ ਸਗਲ ਤਿਆਗੀ ਜੋ ਪ੍ਰਭ ਕੀ ਯਾਰ ਕਥਾ ਸੁਣਾਵੈ ਅਨੰਦਨ ਬਿਸੁ ਤਿਸ ਪਿਛੇ ਵੈਰਾਗੀ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖ ਰਸ ਵੈਰਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਉਹ ਤਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ ਉਹੀ ਭਲੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ ਤੇਰੀ ਭਲੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ ਕੋਈ ਭਲੇ ਨੇ ਸੁਹਾਵੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ ਕੋਈ ਭਲੇ ਨੇ ਸੁਹਾਵੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ
ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ, ਜਿਹੜੇ ਤੇਰੇ ਜੀ ਨਾਲ ਬੀਤਦੇ, ਜਿਹੜੇ ਤੇਰੇ ਜੀ ਪਿਆਰੇ ਨਾਲ ਬੀਤਦੇ, ਉਹ ਜਿਹੜੇ ਜੀ ਨਾਲ ਬੀਤਦੇ, ਉਹ ਜਿਹੜੇ ਤੇਰੇ ਜੀ ਨਾਲ ਬੀਤਦੇ, ਉਹ ਜਿਹੜੇ ਤੇਰੇ ਜੀ ਨਾਲ ਬੀਤਦੇ, ਆਹ ਜਿਹੜੇ ਤੇਰੇ ਜੀ ਨਾਲ ਬੀਤਦੇ। ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ, ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ, ਉਹਨਾਂ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ, ਕੋਈ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ, ਕੋਈ ਭਲੇ ਨੇ ਦਿਹਾੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ, ਕੋਈ ਜ਼ਰਾ ਦੁਆੜੇ ਸੱਚੇ ਪਾਤਸ਼ਾਹ ਜਿਹੜੇ ਤੇਰੇ ਨਾਲ ਬੀਤਦੇ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਚਵਰ ਸਖਤ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦਾ ਨਿੱਘਾ ਗੋਲ ਦਾ ਆਨੰਦ ਮਾਣ ਰਹੀ ਸਰਬਤ ਸੰਗਤ, ਕਰੋ ਰਸਨਾ ਪਵਿੱਤਰ ਬਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਤਸੰਗ ਦਾ ਸੁਭਾਗ ਸਮਾਂ ਉਹਨਾਂ ਨੂੰ ਪ੍ਰਾਪਤ ਹੁੰਦਾ ਹੈ ਜਿਨ੍ਹਾਂ ਦੇ ਲੇਖ ਸਤਿਗੁਰ ਆਪ ਲਿਖਦੇ ਹੈ। ਬਿਨਾਂ ਚੰਗੇ ਕਰਮਾਂ ਤੋਂ ਸਤਸੰਗ ਦਾ ਸੁਭਾਗ ਸਮਾਂ ਨਹੀਂ ਮਿਲਦਾ। ਜਿਹਨੂੰ ਮਿਲ ਜਾਂਦਾ ਹੈ ਉਹਦਾ ਜਨਮ ਮਰਨ ਦਾ ਗੇੜ ਵੀ ਕੱਟਿਆ ਜਾਂਦਾ ਹੈ। ਕਲਯੁਗ ਦੀ ਤੱਤੀ ਹਵਾ ਜਿਹਦੇ ਵਿੱਚ ਕੇਵਲ ਤੇ ਕੇਵਲ ਝੂਠ ਦਾ ਹੀ ਪਸਾਰਾ ਹੁੰਦਾ ਹੈ। ਸੱਚ ਇੱਕੋ ਹੀ ਗੁਰੂ ਨਾਨਕ ਦੇ ਦਰਬਾਰ ਵਿੱਚ ਮਿਲਦਾ ਹੈ। ਸੰਗਤ ਗੱਜ ਕੇ ਆਖੋ ਸਤਿਨਾਮ। ਕੇਵਲ ਗੁਰੂ ਨਾਨਕ ਦੇ ਦਰਬਾਰ ਵਿੱਚ ਹੀ ਸੱਚ ਮਿਲਦਾ ਹੈ, ਨਾ ਕਿਸੇ ਦੁਕਾਨ ਤੋਂ ਅਤੇ ਨਾ ਕਿਸੇ ਦਰਖਤ ਨੂੰ ਲੱਗਿਆ ਹੈ ਸੱਚ। ਕੇਵਲ ਮਿਲਦਾ ਹੈ ਤਾਂ ਗੁਰੂ ਨਾਨਕ ਦੇ ਘਰੇ ਮਿਲਦਾ ਹੈ, ਗੁਰੂ ਨਾਨਕ ਦੇ ਦਰਬਾਰ ਵਿੱਚ ਮਿਲਦਾ ਹੈ।
ਸੱਚ ਦਾ ਪਸਾਰਾ ਬੜਾ ਘੱਟ ਹੁੰਦਾ ਹੈ। ਕਿਉਂ? ਕਿਉਂਕਿ ਕਲਯੁਗ ਦੀ ਤੱਤੀ ਹਵਾ ਨੂੰ, ਕਲਯੁਗ ਦੇ ਮਾਤ ਲੋਕ ਵਿੱਚ ਪੈਦਾ ਹੋਏ ਜੀਵ ਸੱਚ ਨੂੰ ਪਛਾਣਦੇ ਨਹੀਂ। ਸੰਗਤ ਗੱਜ ਕੇ ਆਖੋ ਸਤਿ। ਸੱਚ ਨੂੰ ਪਛਾਣਨ ਵਾਲੇ ਬਹੁਤ ਘੱਟ ਹੁੰਦੇ ਐ। ਸੱਚ ਨੂੰ ਪਛਾਣਿਆ ਤਾਂ ਸਮਝੋ ਆਪਣੇ ਮੌਤ ਨੂੰ, ਆਪਣੇ ਜੀਵਨ ਨੂੰ ਪਛਾਣ ਲਿਆ। ਸੰਗਤ ਗੱਜ ਕੇ ਆਖੋ ਸਤਿ। ਮਹਾਂਪੁਰਖਾਂ ਕੋਲ ਇੱਕ ਭਲਾ ਜੀਵ ਆਇਆ। ਮਹਾਂਪੁਰਖਾਂ ਨੂੰ ਬੇਨਤੀ ਕਰਦਾ, ਕਹਿੰਦਾ ਸੱਚ ਨੂੰ ਕਿਵੇਂ ਪਛਾਣੀਏ? ਮਹਾਂਪੁਰਖੋ ਦੱਸੋ। ਤੁਸੀਂ ਹੋਕਾ ਦਿੰਦੇ ਹੋ ਸੱਚ ਦਾ, ਤੇ ਅਸੀਂ ਪਛਾਣੀਏ ਕਿਵੇਂ? ਮਹਾਂਪੁਰਖ ਕਹਿੰਦੇ ਭਾਈ, ਸੱਚ ਨੂੰ ਪਛਾਣਨ ਵਾਸਤੇ ਪਹਿਲਾਂ ਸੱਚ ਬੋਲਣਾ ਪੈਂਦਾ। ਸੰਗਤ ਗੱਜ ਕੇ ਆਖੋ ਸਤਿਨਾਮ। ਜਿਵੇਂ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਪਛਾਣਦਾ ਹੈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣਦਾ, ਪੂਰਨ ਪਰਮਾਨੰਦ ਬਖਾਨਾ। ਜਿਵੇਂ ਇੱਕ ਸਾਧੂ ਨੂੰ ਸਾਧੂ ਪਛਾਣਦਾ ਹੈ, ਨਾਮ ਜਪਣ ਵਾਲੇ ਨੂੰ ਨਾਮ ਜਪਣ ਵਾਲਾ ਹੀ ਪਛਾਣਦਾ ਹੈ। ਜਿਵੇਂ ਗੁੰਗੇ ਦੀਆਂ ਰਮਜਾਂ ਗੁੰਗੇ ਦੀ ਮਾਂ ਜਾਣਦੀ ਹੈ, ਤੇ ਉਵੇਂ ਸੱਚ ਨੂੰ ਪਛਾਣਨ ਵਾਸਤੇ ਸੱਚ ਦਾ ਜੀਵ ਤੇ ਪਹਿਰਾ ਕਰਨਾ ਪੈਂਦਾ ਹੈ। ਜੇ ਮੁਖ ਤੋਂ ਝੂਠ ਬੋਲੀ ਜਾਵੇ ਤੇ ਹੋਕਾ ਦੇਵੇ ਸੱਚ ਦਾ, ਜੇ ਮੈਂ ਸੱਚ ਪਛਾਣ ਲਿਆ, ਮੁਖ ਤੋਂ ਝੂਠ ਬੋਲੇ, ਜਿਵੇਂ ਬਾਣੀ ਦੀਆਂ ਪੰਕਤੀਆਂ ਕਹਿੰਦੀਆਂ, ਪੜ ਪੁਸਤਕ ਸੰਧਿਆ ਵਾਗੰ ਸਿਲ ਪੂਜ ਸੁਬਗਲ ਸਮਾਗੰ, ਮੁਖ ਝੂਠ ਵਿਭੂਖਣ ਸਾਰੰਗ ਤ੍ਰੈਪਾਲ ਤਿਹਾਰ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੋਇ ਧੋਤੀ ਬਸਤਰ ਪਾਟੰ ਜੋ ਜਾਨਸ ਬ੍ਰਹਮੰ ਕਰਮੰ ਸਭ ਫੌਕਟ ਨਿਸ਼ਚੋ ਕਰਮੰ ਕਹੋ ਨਾਨਕ ਨਿਸ਼ਚੋ ਧਿਆਵੈ ਬਿਨ ਸਤਿਗੁਰ ਬਾਟਣਾ ਪਾਵੈ। ਸੱਚ ਨੂੰ ਪਛਾਣਨ ਵਾਸਤੇ ਸੱਚ ਦੇ ਪਹਿਰਾ ਦੇਣਾ ਪਵੇਗਾ, ਬੋਲਣਾ ਪਵੇਗਾ। ਸੱਚ ਦਾ ਜੀਵ ਤੇ ਹਿਰਦੇ ਤੇ ਪਹਿਰਾ ਕਰਨਾ ਪਵੇਗਾ। ਸੱਚ ਨੂੰ ਪਹਿਲਾਂ ਸਮਰਪਿਤ ਹੋਣਾ ਪਏਗਾ, ਫਿਰ ਸੱਚ ਪਛਾਣਿਆ ਜਾਂਦਾ ਹੈ। ਜਿਵੇਂ ਬ੍ਰਹਮ ਗਿਆਨੀ ਨੂੰ ਪਛਾਣਨ ਵਾਸਤੇ ਬ੍ਰਹਮ ਗਿਆਨੀ ਹੀ ਪਛਾਣ ਸਕਦਾ ਹੈ। ਸੋਨੇ ਨੂੰ ਪਰਖਣ ਵਾਸਤੇ ਸੁਨਿਆਰੀ ਪਰਖ ਸਕਦਾ ਹੈ। ਹੀਰੇ ਨੂੰ ਪਰਖਣ ਵਾਸਤੇ ਜੁਆਰੀ ਹੀ ਪਰਖ ਸਕਦਾ ਹੈ, ਤੇ ਚੋਰ ਪਰਖ ਸਕਦਾ ਹੈ ਚੋਰ ਨੂੰ, ਤੇ ਸੱਚ ਬੋਲਣ ਵਾਲਾ ਹੀ ਸੱਚ ਦੀ ਪਛਾਣ ਕਰੇਗਾ। ਤੇ ਜਿਹੜਾ ਸੱਚ ਬੋਲਦਾ ਉਹ ਸੱਚ ਨੂੰ ਪਛਾਣੇਗਾ। ਕਲਯੁਗ ਦੇ ਸਮੇਂ ਦੇ ਵਿੱਚ ਸੱਚ ਬੋਲਣ ਵਾਲਾ ਵੀ ਲੱਭਣਾ ਪਵੇਗਾ। ਸੰਗਤ ਗੱਜ ਕੇ ਆਖੋ ਸਤਿਨਾਮ। ਸ੍ਰੀ ਵਾਹਿਗੁਰੂ।
ਸੱਚ ਬੋਲਣਾ ਵੀ, ਸੱਚ ਤੇ ਪਹਿਰਾ ਦੇਣਾ ਵੀ ਇੱਕ ਗੁਰੂ ਦੀ ਕਿਰਪਾ ਹੈ। ਗੁਰੂ ਦੀ ਕਿਰਪਾ ਤੋਂ ਬਿਨਾਂ ਸੱਚ ਨਹੀਂ ਬੋਲਿਆ ਜਾਂਦਾ। ਸੱਚ ਬੋਲਣ ਵਾਲਾ ਹੀ ਕੌਮ ਉੱਪਰ ਦੀ ਆਪਣੀ ਜਿੰਦ ਵਾਰਦਾ ਹੈ। ਸੱਚ ਬੋਲਣ ਵਾਲਾ ਹੀ ਆਪਣੀ ਜਿੰਦ ਧਰਮ ਦੇ ਲੇਖੇ ਲਾਉਂਦਾ ਹੈ। ਧਰਮ ਦੇ ਲੇਖੇ ਲਾਉਣ ਵਾਲੇ ਸੂਰਮੇ ਜਿਹੜੇ ਆਪਣੀਆਂ ਜਵਾਨੀਆਂ ਜਿੰਦਾਂ ਧਰਮ ਤੋਂ ਕੌਮ ਤੋਂ ਵਾਰਦੇ ਆ, ਜਾਂ ਜਿਨ੍ਹਾਂ ਨੇ ਵਾਰੀਆਂ ਤੇ ਸਾਧ ਸੰਗਤ ਕਦੇ ਇਹੋ ਜਿਹੇ ਬੰਦਿਆਂ ਦਾ ਸੰਗ ਹੋ ਜੇ ਤੇ ਸੱਚ ਨੂੰ ਪਛਾਣਨ ਦੀ ਜੁਗਤੀ ਦੱਸ ਜੇਗਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਾਤ ਲੋਕ ਦੇ ਵਿੱਚ ਆਏ ਨਹੀਂ ਸਨ, ਮਾਤਾ ਗੰਗਾ ਜੀ ਨੂੰ ਮਿਹਣੇ ਵੱਜਣ ਲੱਗੇ, ਜੇ ਇਹ ਕੀਮਤੀ ਦਸਾਲੇ ਕਿਹਦੇ ਕੰਮ ਆਉਣੇ ਆ? ਇਹਨਾਂ ਦੇ ਤਾਂ ਪੁੱਤਰ ਦੀ ਦਾਤ ਹੈ ਨਹੀਂ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਗੰਗਾ ਜੀ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਬੇਨਤੀ ਕਰੀ, ਸੱਚੇ ਪਾਤਸ਼ਾਹ ਕਿਰਪਾ ਕਰੋ, ਹੁਣ ਦੁਨੀਆ ਮਿਹਣੇ ਦੇਣ ਲੱਗੀ। ਦੁਨੀਆ ਮਿਹਨੇ ਦੇਣ ਲੱਗੀ। ਇਹ ਪ੍ਰਕਿਰਤੀ ਦਾ ਨੇਮ ਹੈ। ਜਿਹਦੇ ਗਲ ਪੁੱਤਰ ਦਾ ਹਾਰ ਨਾ ਹੋਵੇ, ਜਿਹੜੀ ਮਾਂ ਦੇ ਕੁੱਖੋਂ ਪੁੱਤਰ ਜਨਮ ਨਾ ਲਵੇ, ਉਹਦੀ ਸੰਸਾਰ ਵਿੱਚ ਗੰਢ ਨਹੀਂ ਪੈਂਦੀ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਰਪਾ ਕਰ ਦਿਓ, ਮੇਰੀ ਵੀ ਭਾਵਨਾ ਪੂਰੀ ਕਰੋ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ ਵਡਿਆਈ ਦਿੰਦੇ ਆ। ਕਹਿੰਦੇ ਗੰਗਾ ਜੀ ਤੁਸੀਂ ਬੀੜ ਬਾਬੇ ਬੁੱਢੇ ਚਲੇ ਜਾਓ, ਤੁਹਾਨੂੰ ਪੁੱਤਰ ਦੀ ਦਾਤ ਬਖਸ਼ ਦੇਣਗੇ। ਹੈ ਤਾਂ ਗੁਰੂ ਦੀ ਕਿਰਪਾ। ਮਾਤਾ ਗੰਗਾ ਜੀ ਨੇ ਬਚਨ ਮੰਨਿਆ। ਰਥਾਂ ਤੇ ਸਵਾਰ ਹੋ ਕੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਪਕਾ ਕੇ ਲੈ ਕੇ ਗਏ, ਬਣਾ ਕੇ ਲੈ ਕੇ ਗਏ। ਉਧਰੋਂ ਸਤਪੁਰਸ਼ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਬੈਠੇ। ਘੋੜਿਆਂ ਦੇ ਪੈਰਾਂ ਦੀ ਆਵਾਜ਼ ਸੁਣ ਕੇ ਕਹਿੰਦੇ ਗੁਰੂ ਕਿਆਂ ਨੂੰ ਭਾਜੜਾਂ ਕਿੱਥੋਂ ਪੈ ਗਈਆਂ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਪੁਰਸ਼ ਜਦੋਂ ਬੋਲਦੇ ਆ ਉਹਨਾਂ ਦਾ ਬਚਨ ਨਹੀਂ ਟਲਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੁਨੀਆ ਦੇ ਮਾਲਕ, ਪਰ ਸਿੱਖ ਨੂੰ ਵਡਿਆਈ ਦਿੰਦੇ ਆ।
ਇਹੀ ਗੁਰੂ ਦੇ ਵਿੱਚ ਬਹੁਤ ਵੱਡੀ ਵਡਿਆਈ ਹੈ, ਜਿਹੜੇ ਆਪਣੇ ਸਿੱਖ ਨੂੰ ਨਵਾਜਦੇ ਆ। ਆਪਣੇ ਸਿੱਖ ਨੂੰ ਨਵਾਜਦੇ ਆ। ਮਾਤਾ ਗੰਗਾ ਜੀ ਨੂੰ ਕਹਿੰਦੇ ਜਾਓ ਵੀਰ ਬਾਬੇ ਬੁੱਢੇ ਕੋਲ ਚਲੇ ਜਾਓ, ਤੁਹਾਨੂੰ ਪੁੱਤਰ ਮਿਲ ਜਾਏਗਾ। ਤੇਰੇ ਉਧਰੋਂ ਬ੍ਰਹਮ ਗਿਆਨੀ ਬੈਠੇ, ਘੋੜਿਆਂ ਦੇ ਰਥਾਂ ਦੀ ਆਵਾਜ਼ ਸੁਣੀ ਤੇ ਕਹਿੰਦੇ ਗੁਰੂ ਕਿਆਂ ਨੂੰ ਕਿੱਥੋਂ ਭਾਜੜ ਪੈ ਗਈ। ਜਦੋਂ ਗਏ ਮਾਤਾ ਗੰਗਾ ਜੀ ਬੈਠ ਗਏ, ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿੰਦੇ ਮਾਤਾ ਜੀ ਮੇਰੇ ਚ ਕੀ ਤਾਕਤ ਹੈ, ਮੈਂ ਤੁਹਾਨੂੰ ਪੁੱਤਰ ਬਖਸ਼ ਦੇਵਾਂ। ਮੇਰੇ ਚ ਕੀ ਤਾਕਤ ਹੈ ਕਿ ਤੁਹਾਨੂੰ ਪੁੱਤਰ ਬਖਸ਼ ਦੇਵਾਂ, ਪੁੱਤਰ ਦੇ ਦੇਵਾਂ। ਪਰ ਇਹ ਤਾਂ ਮੇਰੇ ਗੁਰੂ ਦੀ ਵਡਿਆਈ ਹੈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਆਪਣੇ ਸਿੱਖ ਨੂੰ ਵਡਿਆਈ ਦਿੰਦਾ ਹੈ। ਗੁਰੂ ਆਪਣੇ ਸਿੱਖ ਦਾ ਸਰੀਰ ਵਰਤਦਾ ਰਿਹਾ, ਆਪਣੀ ਜਗ੍ਹਾ ਤੇ ਸਿੱਖ ਨੂੰ ਖੜਾਉਂਦਾ ਰਿਹਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਦੇਖਿਆ ਨਾ, ਇਤਿਹਾਸ ਵਿੱਚ ਕਿੰਨੇ ਥਾਵੇਂ ਗੁਰੂ ਨੇ ਆਪਣੇ ਸਿੱਖ ਦੀ ਲੱਜਿਆ ਰੱਖੀ ਹੈ। ਕਿਤੇ ਬੇਸਵਾ ਦੇ ਕੋਠੇ ਮੂਰੇ ਖੜ ਕੇ ਪਹਿਰਾ ਦਿੰਦਾ ਹੈ, ਤੇ ਕਿਤੇ ਆਪ ਬਚਨ ਕਰਦਾ ਹੈ, ਕਹਿੰਦਾ ਜਾਓ ਤੁਹਾਨੂੰ ਪੁੱਤਰ ਦੀ ਦਾਤ ਬਾਬਾ ਬੁੱਢਾ ਜੀ ਦੇਣਗੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਨੂੰ ਪੁੱਤਰ ਦੀ ਦਾਤ ਬਾਬਾ ਬੁੱਢਾ ਜੀ ਦੇਣਗੇ। ਬਾਬਾ ਬੁੱਢਾ ਜੀ ਅੱਗੋਂ ਕਹਿੰਦੇ ਐ ਮਾਤਾ ਜੀ ਮੇਰੇ 'ਚ ਕੀ ਤਾਕਤ ਹੈ ਕਿ ਤੁਹਾਨੂੰ ਪੁੱਤਰ ਦੇ ਦੇਵਾਂ, ਮੇਰੇ 'ਚ ਹਿੰਮਤ ਨਹੀਂ ਹੈ। ਤੁਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕਰਿਓ। ਪਹਿਲਾ ਬਚਨ ਹੋ ਗਿਆ, ਗੁਰੂ ਕਿਆਂ ਨੂੰ ਭਾਜੜ ਕਿੱਥੇ ਪਈ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਕੀਤੀ, ਮਾਤਾ ਗੰਗਾ ਜੀ ਨੇ ਕਹਿੰਦੇ ਸੱਚੇ ਪਾਤਸ਼ਾਹ ਤੁਸੀਂ ਤਾਂ ਕਹਿੰਦੇ ਸੀ ਬਾਬਾ ਬੁੱਢਾ ਜੀ ਪੁੱਤਰ ਦੀ ਦਾਤ ਦੇਣਗੇ, ਤੇ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਕਹਿੰਦੇ ਗੁਰੂ ਕਿਆਂ ਨੂੰ ਭਾਜੜ ਕਿੱਥੇ ਪੈ ਗਈ। ਮੇਰੇ 'ਚ ਤਾਕਤ ਨਹੀਂ ਹੈ ਕਿ ਤੁਹਾਨੂੰ ਮੈਂ ਪੁੱਤਰ ਦੇ ਸਕਾਂ। ਇਹ ਤਾਂ ਮੇਰੇ ਗੁਰੂ ਦੀ ਵਡਿਆਈ ਹੈ, ਜੇ ਆਪਣੇ ਸਿੱਖ ਨੂੰ ਵਡਿਆਈਆਂ ਬਖਸ਼ਦੇ ਆ। ਮਾਤਾ ਗੰਗਾ ਜੀ ਨੂੰ ਕਹਿੰਦੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ ਗੰਗਾ ਜੀ ਤੁਹਾਡਾ ਜਾਣ ਦਾ ਪੁੱਤਰ ਲੈਣ ਦਾ ਤਰੀਕਾ ਬੜਾ ਗਲਤ ਹੈ। ਮਹਾਂਪੁਰਖਾਂ ਕੋਲੇ ਸਾਧੂਆਂ ਕੋਲ ਕਿਵੇਂ ਜਾਈਦਾ ਹੈ, ਉਸ ਤਰ੍ਹਾਂ ਜਾਓ। ਦੱਸੋ ਗੁਰੂ ਜੀ ਕਿਵੇਂ ਜਾਵਾਂ, ਤੁਸੀਂ ਕਿਰਪਾ ਕਰੋ, ਤੁਸੀਂ ਵਿਧੀ ਦੱਸੋ। ब्रह्म ज्ञानी मुक्त जुगत जी का दाता, ब्रह्म ज्ञानी पूर्ण पुरख बताता विदाता। फिर गुरु जी जुगती दसदे आ, कहंदे गंगा जी अमृत वेले उठियो, अपने हथ नाल चक्की नाल मक्की पीसियो, मक्की दा आटा तैयार करियो अपने हथ नाल। पुराने समयां दे विच
ਘਰਾਂ ਦੇ ਵਿੱਚ ਚੱਕੀਆਂ ਹੋਇਆ ਕਰਦੀਆਂ ਸਨ। ਘਰਾਂ ਦੇ ਵਿੱਚ ਲੋਕੀ ਆਟਾ ਆਪ ਪੀਸਿਆ ਕਰਦੇ ਸੀ। ਹੁਣ ਤਾਂ ਸਾਨੂੰ ਬਣਿਆ ਬਣਾਇਆ ਆਟਾ ਮਿਲ ਜਾਂਦਾ, ਭਾਵੇਂ ਕੁਛ ਮਰਜ਼ੀ ਰਲਾ ਕੇ ਦੇਈ ਜਾਣ। ਮਾਤਾ ਗੰਗਾ ਜੀ ਅੰਮ੍ਰਿਤ ਵੇਲੇ ਉੱਠੇ, ਚੱਕੀ ਨਾਲ ਮੱਕੀ ਪੀਸਣੀ ਸ਼ੁਰੂ ਕੀਤੀ। ਤੇ ਉਧਰੋਂ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਦਿਲਾਂ ਦੇ ਜਾਣਨ ਵਾਲਿਆਂ ਨੇ ਪ੍ਰਸ਼ਾਦਾ ਨਾ ਸਕਿਆ। ਪ੍ਰਸ਼ਾਦਾ ਨਾ ਸਕਿਆ ਤੇ ਉਧਰੋਂ ਮਿੱਸੇ ਪ੍ਰਸ਼ਾਦੇ ਤਿਆਰ ਕੀਤੇ, ਨਾਲ ਗੰਢੇ ਲੈ ਕੇ ਗਏ ਤੇ ਨਾਲ ਲੱਸੀ ਲੈ ਕੇ ਗਏ। ਮਾਤਾ ਗੰਗਾ ਜੀ ਗੁਰੂ ਕੇ ਮਹਿਲ ਕਦੇ ਜ਼ਿਆਦਾ ਤੁਰੇ ਨਹੀਂ ਸੀ, ਪਰ ਮਾਤਾ ਗੰਗਾ ਜੀ ਬਾਬਾ ਬੁੱਢਾ ਜੀ ਕੋਲ ਪੈਦਲ ਚੱਲ ਕੇ ਗਏ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੈਦਲ ਚੱਲ ਕੇ ਗਏ ਤੇ ਉਧਰੋਂ ਬ੍ਰਹਮ ਗਿਆਨੀ ਸਤਪੁਰਸ਼ ਬਾਬਾ ਬੁੱਢਾ ਜੀ ਬੈਠੇ। ਜਦੋਂ ਮਾਤਾ ਗੰਗਾ ਜੀ ਗਏ, ਮਾਤਾ ਗੰਗਾ ਜੀ ਨੂੰ ਜਦੋਂ ਦਰਸ਼ਨ ਹੋਏ ਬਾਬਾ ਬੁੱਢਾ ਜੀ ਦੇ, ਬਾਬਾ ਬੁੱਢਾ ਜੀ ਕਹਿੰਦੇ ਆ, ਮਾਤਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਜੇ ਮੈਂ ਭੁੱਖਾ ਹਾਂ ਰਾਤ ਦਾ? ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਹਾਨੂੰ ਕਿਵੇਂ ਪਤਾ? ਚੰਗਾ, ਫਿਰ ਜਦੋਂ ਸਾਧ ਸੰਗਤ ਗੰਢੇ ਨੂੰ ਭੰਨਿਆ, ਨਾਲੇ ਤਾਂ ਗੰਢਾ ਭੰਨਿਆ ਤੇ ਨਾਲੇ ਮਾਤਾ ਗੰਗਾ ਜੀ ਨੂੰ ਬਚਨ ਕਰਦੇ ਐ, ਹੇ ਮਾਤਾ ਤੇਰੇ ਕੁੱਖੋਂ ਇਹੋ ਜਿਹਾ ਯੋਧਾ ਜਨਮ ਲਵੇਗਾ, ਇਹੋ ਜਿਹਾ ਪਰਉਪਕਾਰੀ ਜਨਮ ਲਏਗਾ ਜਿਹੜਾ ਜ਼ਾਲਮਾਂ ਦੇ ਸਿਰ ਭੰਨੇਗਾ। ਇਹੋ ਜਿਹਾ ਯੋਧਾ ਪਰਉਪਕਾਰੀ ਜਨਮ ਲਏਗਾ, ਉਹ ਜ਼ਾਲਮਾਂ ਦੇ ਸਿਰ ਭੰਨੇਗਾ। ਮਾਤਾ ਗੰਗਾ ਜੀ ਵਾਪਸ ਗੁਰੂ ਜੀ ਕੋਲ ਆਏ। ਮਾਤਾ ਜੀ ਦੇ ਕੁੱਖੋਂ ਗੁਰੂ ਹਰਗੋਬਿੰਦ ਸਾਹਿਬ ਨੇ ਜਨਮ ਲਿਆ ਤੇ ਫਿਰ ਜਿੱਥੇ ਕੋਈ ਸਿੱਖ ਯਾਦ ਕਰਦਾ ਹੈ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਉੱਥੇ ਹੀ ਚਲੇ ਜਾਂਦੇ ਆ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਹੀ ਚਲੇ ਜਾਂਦੇ ਆ। ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ, ਸੰਗਤਾਂ ਦੇ ਵਿੱਚ ਬੜਾ ਵੱਡਾ ਰੋਸ ਪੈਦਾ ਹੋ ਗਿਆ। ਰੋਸ ਕੀ ਪੈਦਾ ਹੋਇਆ? ਸੰਗਤਾਂ 'ਚ ਰੋਸ ਪੈਦਾ ਹੋਇਆ ਕਿ ਐਡੀ ਸ਼ਕਤੀ ਦੇ ਮਾਲਕ ਲੋਕ ਤੇ ਪਰਲੋਕ 'ਚ ਲੱਜਾ ਰੱਖਣ ਵਾਲੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਜ਼ਾਲਮ ਨੇ ਕਿੰਨੇ ਤਸ਼ੀਹੇ ਦਿੱਤੇ, ਤਸ਼ੀਹੇ ਦੇ ਕੇ ਸ਼ਹੀਦ ਕੀਤਾ। ਭਾਵੇਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸਰੀਰ ਨਹੀਂ ਮਿਲਿਆ, ਰਾਵੀ ਦੇ ਵਿੱਚ ਇਸ਼ਨਾਨ ਕਰਨ ਗਏ,
ਰਾਵੀ ਦੇ ਵਿੱਚ ਹੀ ਅਲੋਪ ਹੋ ਗਏ। ਸੰਗਤ ਗੱਜ ਕੇ ਆਖੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਬੜਾ ਰੋਸ ਪੈਦਾ ਹੋਇਆ। ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗੁਰਗੱਦੀ ਤੇ ਆਏ। ਮੇਰੀ ਤੇ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਤੇ ਸੰਗਤਾਂ ਨੂੰ ਉਤਸ਼ਾਹ ਆਇਆ। ਪਹਿਲਾਂ ਹੀ ਬੈਠਦਿਆਂ ਸਾਰ ਬਚਨ ਕੀਤਾ, ਕਹਿੰਦੇ ਜ਼ਾਲਮ ਚੰਦੂ ਨੂੰ ਲਾਹੌਰ ਦੀਆਂ ਗਲੀਆਂ ਵਿੱਚ ਨੱਥ ਪਾ ਕੇ ਗੇੜਾ ਦੇਵਾਂਗੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਜਿੱਥੇ ਕੋਈ ਸਿੱਖ ਯਾਦ ਕਰਦਾ ਹੈ, ਉੱਥੇ ਉੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਸੇ ਸਿੱਖ ਦੇ ਘਰ ਭਾਗ ਲਾਉਂਦੇ ਆ। ਤੇ ਭਾਵੇਂ ਭਾਈ ਰੂਪਾ ਤੇ ਭਾਵੇਂ ਭਾਈ ਪੱਲਾ ਤੇ ਭਾਵੇਂ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦੀ ਬਣਾਏ ਜਹਾਂਗੀਰ ਬਾਦਸ਼ਾਹ ਦੇ 52 ਰਾਜੇ ਪੁਕਾਰ ਕਰਦੇ ਆ ਅੰਦਰ ਬੈਠੇ, ਜੇ ਸਾਡਾ ਇਸ ਬੰਦੀ ਖਾਨੇ ਤੋਂ ਕਦੋਂ ਖੜਾ ਸੁੱਟੇਗਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਕਿਰਦਾਰ ਦੀ ਗੱਲ ਹੈ। ਉਹ ਪੁਕਾਰ ਕਰਦੇ ਆ, ਜੇ ਸਾਨੂੰ ਇਸ ਗਵਾਲੀਅਰ ਦੇ ਕਿਲੇ ਵਿੱਚੋਂ ਬੰਦੀ ਖਾਨੇ ਵਿੱਚੋਂ ਕਿਵੇਂ ਛੁਟਕਾਰਾ ਮਿਲੇਗਾ। ਕੋਈ ਆਵੇ ਸਾਡਾ ਇੱਥੋਂ ਬੰਧਨ ਕੱਟ ਦੇਵੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮਾਂ ਆਇਆ, ਉਸੇ ਬੰਦੀ ਖਾਨੇ ਦੇ ਵਿੱਚ ਜਹਾਂਗੀਰ ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੂੰ ਲੈ ਗਿਆ। ਜਦੋਂ ਬੰਦੀ ਬਣਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਉਸ ਗਵਾਲੀਅਰ ਦੇ ਕਿਲੇ ਵਿੱਚ ਲੈ ਗਿਆ, ਤੇ ਜਿਹੜੇ ਸਿੱਖ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਰਹਿੰਦੇ, ਭਾਈ ਪ੍ਰਾਣੇ ਵਰਗੇ ਸਿੱਖ, ਭਾਈ ਜੇਠੇ ਵਰਗੇ ਸਿੱਖ, ਉਹ ਪਹਿਲਾਂ ਸੋਚਦਾ ਅੱਜ ਆਏ ਗੁਰੂ ਜੀ, ਕੱਲ ਆਏ ਗੁਰੂ ਜੀ। ਸਿੱਖਾਂ ਨੂੰ ਗੁਰੂ ਤੇ ਐਡਾ ਮਾਣ, ਭਾਈ ਪ੍ਰਾਣੇ ਵਰਗੇ ਸਿੱਖ, ਭਾਈ ਜੇਠੇ ਵਰਗੇ ਸਿੱਖ, ਭਾਈ ਵਿਧੀਏ ਵਰਗੇ ਸਿੱਖ ਅਰਦਾਸਾਂ ਕਰਦੇ ਆ, ਸਤਿਗੁਰੂ ਮੇਰ ਦੀ ਨਿਗਾਹ ਕਰ ਦੋ, ਜਹਾਂਗੀਰ ਬਾਦਸ਼ਾਹ ਦੀ ਅਕਲ ਟਿਕਾਣੇ ਆ ਜੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੁਛ ਸਮਾਂ ਲੰਘ ਗਿਆ, ਕੁਛ ਸਮਾਂ ਲੰਘਿਆ, ਜਦੋਂ ਜਹਾਂਗੀਰ ਬਾਦਸ਼ਾਹ ਦਾ ਧਿਆਨ ਗੁਰੂ ਹਰਗੋਬਿੰਦ ਸਾਹਿਬ ਵੱਲ ਨਾ ਗਿਆ, ਤਾਂ ਜਿਹੜੇ ਅੰਦਰ 52 ਰਾਜੇ ਸੀ, ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਕਰਨ ਲੱਗੇ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਗੁਰੂ ਸਾਹਿਬ ਨੇ ਕਿਰਪਾ ਕਰਤੀ ਉਹਨਾਂ ਰਾਜਿਆਂ ਦੇ ਹਿਰਦਿਆਂ 'ਚ, ਤੇ ਉਧਰੋਂ ਜਹਾਂਗੀਰ ਬਾਦਸ਼ਾਹ ਸੁਖ ਦੀ ਨੀਂਦ ਸੌਂਦਾ ਹੈ। ਰਤੀ ਪੋਰਾ ਵੀ ਧਿਆਨ ਗੁਰੂ ਹਰਗੋਬਿੰਦ ਸਾਹਿਬ ਵੱਲ ਨਾਲ ਲੈ ਕੇ ਗਿਆ, ਤੇ ਉਧਰ ਭਾਈ ਪ੍ਰਾਣੇ ਵਰਗੇ ਸਿੱਖ ਇਕੱਠੇ ਹੋ ਕੇ ਹਰਮੰਦਰ ਸਾਹਿਬ ਤੋਂ ਅੰਮ੍ਰਿਤਸਰ ਤੋਂ ਤੁਰ ਪਏ। ਅੱਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਆਉਣੇ, ਅੱਜ ਮਿਲ ਕੇ ਆਉਣਾ।
ਅੱਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕਰਕੇ ਆਉਣੇ, ਅੱਜ ਮਿਲ ਕੇ ਆਉਣਾ ਹੈ। ਭਾਈ ਪਿਰਾਨਾ ਭਾਈ ਵਿਧੀਆ ਨੂੰ ਕਹਿੰਦਾ ਮੈਂ ਪੁੱਛੂੰਗਾ ਸਤਿਗੁਰਾਂ ਨੂੰ ਕਿ ਗੁਰੂ ਜੀ ਕਿਰਪਾ ਕਰੋ, ਤੁਸੀਂ ਤਾਂ ਜਨਮ ਮਰਨ ਦੇ ਗੇੜ ਕੱਟ ਦਿੰਦੇ ਹੋ ਤੇ ਤੁਸੀਂ ਜਹਾਂਗੀਰ ਬਾਦਸ਼ਾਹ ਦੀ ਅਕਲ ਕਿਉਂ ਨਹੀਂ ਟਿਕਾਣੇ ਲੈ ਕੇ ਆਉਂਦੇ? ਲੋਕ ਵਿੱਚ ਤੁਹਾਡੇ ਹੁਕਮ ਤੋਂ ਬਿਨਾ ਪੱਤਾ ਨਹੀਂ ਹਿਲਦਾ, ਪਰ ਲੋਕ ਦੇ ਲੇਖ ਤੁਸੀਂ ਆਪ ਲਿਖਿਆ। ਤੇ ਭਾਈ ਵਿਧੀਆ ਕਹਿੰਦਾ ਸਭ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਮੈਂ ਕਰੂੰਗਾ। ਸਿੱਖ ਆਪਸ ਵਿੱਚ ਵਿਚਾਰਾਂ ਕਰਦੇ ਆ ਤੇ ਭਾਈ ਜੇਠਾ ਕਹਿੰਦਾ ਚਲੋ ਭਾਵੇਂ ਦਰਸ਼ਨ ਹੋ ਜਾਣ, ਭਾਵੇਂ ਤੁਹਾਡੇ ਤੋਂ ਬਾਅਦ ਹੀ ਹੋ ਜਾਣ। ਸਿਦਕੀ ਸਿੱਖ ਸਨ, ਸਿਦਕ ਜਿਹੜੇ ਸਿਦਕ ਨਿਭਾਉਂਦੇ ਸੀ, ਸਿਦਕ ਨਿਭਾਉਂਦੇ ਸੀ ਤੇ ਅਸੀਂ ਸਿਦਕ ਨਿਭਾਉਣਾ ਭੁੱਲ ਗਏ ਆ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਿੱਖੀ ਵਾਲਾ ਪਹਿਰਾਵਾ ਤਾਂ ਅਸੀਂ ਵੀ ਪਾਇਆ, ਪਰ ਉਹ ਕਿਰਦਾਰ ਨਹੀਂ ਸਿੱਖਾਂ ਵਾਲਾ ਸਾਡਾ। ਉਹ ਕਿਰਦਾਰ ਨਹੀਂ ਜਿਹੜਾ ਭਾਈ ਜੇਠੇ ਹੁਰੀ ਲੈ ਕੇ ਤੁਰੇ ਸੀ। ਭਾਈ ਪ੍ਰਾਨੇ ਵਰਗੇ, ਭਾਈ ਵਿਧੀਏ ਵਰਗੇ ਸਿੱਖ ਹਰਮੰਦਰ ਸਾਹਿਬ ਤੋਂ ਤੁਰੇ, ਗਵਾਲੀਅਰ ਦੇ ਕਿਲੇ ਵੱਲ ਨੂੰ ਜਾਂਦੇ ਆ। ਤੇ ਨਾਲ ਇੱਕ ਦੂਜੇ ਦੇ ਮੂੰਹ ਕੰਨੀ ਵੇਖਦੇ ਆ ਸਿੱਖ, ਤੇ ਨਾਲੇ ਪਿਆਰ ਨਾਲ ਗਾਉਂਦੇ ਆ। ਉਹ ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰੂ ਦੇ ਦਿਦਾਰਿਆਂ ਨੂੰ। ਲੋਚਦਾ ਤਰਸ ਦੀਆਂ ਅੱਖੀਆਂ, ਗੁਰਾਂ ਦੇ ਦਿਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰੂ ਦੇ ਦਿਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰੂ ਦੇ ਦਿਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰੂ ਦੇ ਦਿਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰੂ ਦੇ ਦਿਦਾਰਿਆਂ ਨੂੰ। ਲੋਚਦਾ ਤਰਸ ਦੀਆਂ ਅੱਖੀਆਂ, ਦਿਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰਾਂ ਦੇ ਦਿਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰੂ ਦੇ ਦਿਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰੂ ਦੇ ਦਿਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰੂ ਦੇ ਦਿਦਾਰਿਆਂ ਨੂੰ। ਮਨ ਲੋਚਦਾ ਤਰਸ ਦੀਆਂ ਅੱਖੀਆਂ, ਗੁਰੂ ਦੇ ਦਿਦਾਰਿਆਂ ਨੂੰ। ਗੁਰਾਂ ਦੇ ਜੀ ਦਿਦਾਰਿਆਂ ਨੂੰ, ਗੁਰਾਂ ਦੇ ਜੀ ਦਿਦਾਰਿਆਂ ਨੂੰ। ਹਾਂ ਗੁਰਾਂ ਦੇ ਜੀ ਦਿਦਾਰਿਆਂ ਨੂੰ। ਹਾਂ ਗੁਰਾਂ ਦੇ ਜੀ ਦਿਦਾਰਿਆਂ ਨੂੰ। ਹਾਂ ਗੁਰਾਂ ਦੇ ਜੀ ਦਿਦਾਰਿਆਂ ਨੂੰ। ਗੁਰਾਂ ਦੇ ਜੀ ਦਿਦਾਰਿਆਂ ਨੂੰ। ਗੁਰਾਂ ਦੇ ਦਿਦਾਰਿਆਂ ਨੂੰ, ਗੁਰਾਂ ਦੇ ਜੀ ਦਿਦਾਰਿਆਂ ਨੂੰ। ਹਾਂ ਗੁਰਾਂ
ਦਦਾਰਿਆਂ ਨੂੰ ਗੁਰਾਂ ਦੇ ਜੀ ਦਦਾਰਿਆਂ ਨੂੰ ਗੁਰਾਂ ਦੇ ਜੀ ਦਦਾਰਿਆਂ ਨੂੰ ਗੁਰਾਂ ਦੇ ਜੀ ਦਦਾਰਿਆਂ ਨੂੰ ਲੋਚਦਾ ਤਰਸ ਦੀਆਂ ਅੱਖੀਆਂ ਗੁਰਾਂ ਦੇ ਦਿਦਾਰਿਆਂ ਨੂੰ ਮਨ ਲੋਚਦਾ ਤਰਸ ਦੀਆਂ ਅੱਖੀਆਂ ਗੁਰਾਂ ਦੇ ਦਿਦਾਰਿਆਂ ਨੂੰ ਮਨ ਲੋਚਦਾ ਤਰਸ ਦੀਆਂ ਅੱਖੀਆਂ ਗੁਰਾਂ ਦੇ ਦਿਦਾਰਿਆਂ ਨੂੰ ਮਨ ਲੋਚਦਾ ਤਰਸ ਦੀਆਂ ਅੱਖੀਆਂ ਗੁਰਾਂ ਦੇ ਦਿਦਾਰਿਆਂ ਨੂੰ ਮਨ ਲੋਚਦਾ ਤਰਸ ਦੀਆਂ ਅੱਖੀਆਂ ਗੁਰਾਂ ਦੇ ਦਿਦਾਰਿਆਂ ਨੂੰ ਮਨ ਲੋਚਦਾ ਤਰਸ ਦੀਆਂ ਅੱਖੀਆਂ ਗੁਰਾਂ ਦੇ ਦਿਦਾਰਿਆਂ ਨੂੰ ਮਨ ਲੋਚਦਾ ਹੈ, ਇਹ ਅੱਖੀਆਂ ਨੂੰ ਦੀਦਾਰ ਨਹੀਂ ਹੋਏ। ਬੜਾ ਸਮਾਂ ਹੋ ਗਿਆ ਅੱਖੀਆਂ ਨੂੰ ਦੀਦਾਰ ਨਹੀਂ ਹੋਏ। ਮਨ ਬੜਾ ਤਰਸਦਾ ਹੈ ਤੇ ਨਾਲੇ ਗੱਲਾਂ ਕਰਦੇ ਆ ਤੇ ਨਾਲੇ ਬਾਬੇ ਬੁੱਢੇ ਨੂੰ ਬੇਨਤੀਆਂ ਕਰਦੇ ਆ। ਕਹਿੰਦੇ ਸਾਨੂੰ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਰੋਕ ਰੱਖਿਆ ਤੇ ਨਹੀਂ ਤਾਂ ਗਵਾਲੀਅਰ ਦੇ ਕਿਲੇ ਦੀ ਇੱਕ ਇੱਕ ਇੱਟ ਖੜਿਆ ਦੀ ਇੱਥੋਂ ਬੈਠੇ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੰਨੀ ਸਿੱਖ ਚ ਪਾਵਰ ਹੈ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆ ਜੇ ਭਾਈ ਕਰਾਮਾਤ ਨਹੀਂ ਵਿਖਾਉਣੀ ਤੇ ਇੰਨੀ ਕੁ ਫਿਰ ਬਾਬਾ ਬੁੱਢਾ ਜੀ ਕਹਿੰਦੇ ਕਦੇ ਇੰਨੀ ਤਾਕਤ ਤੇ ਇੰਨੀ ਸ਼ਕਤੀ ਕਿੱਥੋਂ ਆਈ ਤੁਹਾਡੇ ਕੋਲ? ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਤੇ ਬਾਬਾ ਬੁੱਢਾ ਜੀ ਉਹ ਬ੍ਰਹਮ ਗਿਆਨੀ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੀ ਗੱਦੀ ਤੇ 6ਵੇਂ ਬਾਰਸ ਤੱਕ ਤਿਲਕ ਆਪ ਲਾਇਆ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਭ ਤੋਂ ਉੱਚਾ ਦਰਦਾ, ਸਭ ਤੋਂ ਉੱਚੀ ਮੰਜ਼ਿਲ ਸਟੇਜ ਬ੍ਰਹਮ ਗਿਆਨੀਆਂ ਦੇ ਵਿੱਚ ਗੁਰੂ ਨੇ ਬਾਬੇ ਬੁੱਢਾ ਜੀ ਨੂੰ ਬਖਸ਼ੀ ਹੈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੈਡ ਗ੍ਰੰਥੀ ਸਨ ਤੇ ਬਾਬਾ ਬੁੱਢਾ ਜੀ ਕਹਿੰਦੇ ਆ ਉਹ ਭਾਈ ਜੇਠੇ ਤੂੰ ਕਰ ਕੁਛ, ਕੋਈ ਇਹੋ ਜਿਹਾ ਰੰਗ ਦਿਖਾ ਤੇ ਸਿੱਖ ਗੁਰੂ ਤੋਂ ਡਰਦਾ ਹੈ। ਬਾਬਾ ਬੁੱਢਾ ਜੀ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਮੈਂ ਬੇਨਤੀ ਕਰ ਲਵਾਂਗਾ ਤੇ ਹੁਣ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਵਿਛੋੜੇ ਦਾ ਦਰਦ ਨਾ ਝੱਲਿਆ ਨਹੀਂ ਜਾਂਦਾ। ਉਹਨਾਂ ਦੇ ਚਰਨਾਂ ਤੋਂ ਪਰੇ ਰਿਹਾ ਨਹੀਂ ਜਾਂਦਾ। ਤੇ ਭਾਈ ਪੁਰਾਣੇ ਵਰਗੇ ਸਿੱਖ ਕਹਿੰਦੇ ਬਾਬਾ ਜੀ ਜਦੋਂ ਅਸੀਂ ਕੋਈ ਰੰਗ ਦਿਖਾਉਣ ਲੱਗਦੇ ਹਾਂ ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਹੱਥ ਸਾਹਮਣੇ ਆ ਜਾਂਦਾ ਹੈ। ਕਹਿੰਦੇ ਚੰਗਾ ਫਿਰ ਉਹ ਕਿਰਦਾਰ ਸੀ ਸਿੱਖਾਂ ਦਾ ਤੇ ਗੁਰੂ ਨੂੰ ਬੰਦੀ ਬਣਾ ਕੇ ਰੱਖਿਆ ਤੇ ਸਿੱਖਾਂ ਤੋਂ ਗੁਰੂ ਦਾ ਦਰਦ ਝੱਲਿਆ ਨਹੀਂ ਗਿਆ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਿਰਦਾਰ ਸੀ ਸਿੱਖਾਂ ਦਾ, ਉਹ ਕਿਰਦਾਰ ਸੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਵਰਗੇ ਹੈਡ ਗ੍ਰੰਥੀਆਂ, ਭਾਈ ਜੇਠੇ ਵਰਗਿਆਂ ਦਾ, ਭਾਈ ਪਿਰਾਨੇ ਵਰਗੇ, ਭਾਈ ਵਿਧੀ ਵਰਗਿਆਂ ਦਾ, ਸਚਿਆਰ ਸਿੱਖ ਜਿਹਨੂੰ ਕਹਿੰਦੇ ਆ।
ਜਿਹੜੇ ਕੌਮ ਪ੍ਰਤੀ ਗੁਰੂ ਪ੍ਰਤੀ ਸਮਰਪਿਤ ਨੇ ਤੇ ਕਿਰਦਾਰ ਉਸ ਵੇਲੇ ਦਾ ਵੇਖ ਲੋ, ਕਿਰਦਾਰ ਹੁਣ ਵੀ ਸਿੱਖ ਨਿਭਾਉਂਦੇ ਆ, ਪਰ ਪਤਾ ਨਹੀਂ ਕਿਉਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਦਰਦ ਨਹੀਂ ਅੰਦਰ। ਸੰਗਤ ਗੱਜ ਕੇ ਆਖੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਦੇ ਹਿਰਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਦਰਦ ਨਹੀਂ। ਸਾਡੀਆਂ ਅੱਖਾਂ ਦੇ ਸਾਹਮਣੇ ਕਿੰਨੇ ਥਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ ਹੈ, ਵਾਹਿਗੁਰੂ ਵਾਹਿਗੁਰੂ। ਤੇ ਸਾਡੇ ਲੋਕ ਅੱਜ ਧਰਨਿਆਂ ਦੇ ਵਿੱਚ ਬੈਠੇ, ਹੁਣ ਵੀ ਕੋਈ ਕਾਲੀ ਕਹਿੰਦਾ, ਕੋਈ ਕਾਂਗਰਸੀ ਕਹਿੰਦਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨੇ ਸਿੱਖ ਵਾਸਤੇ, ਮਜਲੂਮ ਵਾਸਤੇ ਆਪਣੇ ਸੁੱਖ ਛੱਡਤੇ, ਆਰਾਮ ਛੱਡਤੇ, ਮਹਿਲ ਛੱਡਤੇ, ਆਪਣੇ ਬੱਚਿਆਂ ਤੱਕ ਦੀ ਪਰਵਾਹ ਨਹੀਂ ਕੀਤੀ। ਤੇ ਅਸੀਂ ਗੁਰੂਪਤੀ ਕਿਰਦਾਰ ਕਿੱਡਾ ਮਾੜਾ ਰੱਖੀ ਬੈਠੇ। ਸਚਿਆਰ ਸਿੱਖ ਤਾਂ ਭਾਈ ਮਤੀ ਦਾਸ, ਭਾਈ ਸੱਚੀ ਦਾਸ, ਭਾਈ ਦਿਆਲਾ ਜੀ ਵਰਗੇ, ਭਾਈ ਵਿਧੀਏ ਵਰਗੇ, ਭਾਈ ਪਿਰਾਨੇ ਵਰਗੇ, ਭਾਈ ਜੇਠੇ ਵਰਗੇ, ਜਿਨ੍ਹਾਂ ਨੂੰ ਜਿੱਥੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਗੱਲ ਹੋਵੇਗੀ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਗੱਲ ਹੋਵੇਗੀ, ਉੱਥੇ ਇਹਨਾਂ ਸਿੱਖਾਂ ਨੂੰ ਪਹਿਲਾਂ ਚੇਤੇ ਕੀਤਾ ਜਾਂਦਾ ਹੈ। ਕਿਉਂ? ਕਿਉਂਕਿ ਗੁਰੂ ਤੋਂ ਪਹਿਲਾਂ ਮਰੇ ਆ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਗੁਰੂ ਤੋਂ ਪਹਿਲਾਂ ਗੁਰੂ ਉੱਪਰ ਦੀ ਆਪਣੀ ਜਿੰਦ ਘੋਲ ਕੇ ਕਮਾਈ ਹੈ। ਤੁਸੀਂ ਦੇਖਿਆ ਨਾ, ਜਦੋਂ ਮਤੀ ਦਾਸ ਦੇ ਸਿਰ ਤੇ ਆਰਾ ਰੱਖ ਦਿੱਤਾ ਨਾ, ਉਹ ਜ਼ਾਲਮ ਨੂੰ ਕਹਿੰਦਾ ਹੌਲੀ ਹੌਲੀ ਆਰਾ ਚਲਾਈ, ਕਿਤੇ ਮੇਰੇ ਜਪਜੀ ਸਾਹਿਬ ਦੀ ਪੰਕਤੀ ਨਾ ਰਹਿ ਜੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਮਨੀ ਸਿੰਘ ਉਹ ਜਦੋਂ ਲੱਗਾ ਨਾ ਜ਼ਾਲਮ ਪਹੁੰਚੇ ਉੱਪਰ, ਪਹੁੰਚੇ ਤੋਂ ਕੱਟਣ, ਉੱਥੇ ਰੋਕ ਦਿੱਤਾ। ਕਹਿੰਦੇ ਮੈਨੂੰ ਫਤਵਾ ਬੰਦ ਕੱਟਣ ਦਾ ਲਾਇਆ, ਮੇਰੇ ਸਰੀਰ ਦਾ ਬੰਦ ਮੇਰੇ ਉਂਗਲ ਦੇ ਫੁੱਲ ਤੋਂ ਸ਼ੁਰੂ ਹੁੰਦਾ ਹੈ, ਇੱਥੋਂ ਕੱਟ ਮੈਨੂੰ। ਤੇ ਉਧਰੋਂ ਜਦੋਂ ਗਵਾਲੀਅਰ ਦੇ ਕਿਲੇ ਚਲੇ ਗਏ, ਉਹ ਕਹਿੰਦੇ ਆ ਵੀ ਅਸੀਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ। ਉਹ ਨਹੀਂ ਮਿਲਣ ਦਿੰਦੇ, ਉਹ ਸਿੱਖ ਤੜਫਦੇ ਆ ਜਿਵੇਂ ਮੱਛੀ ਪਾਣੀ ਤੋਂ ਬਿਨਾਂ ਤੜਫਦੀ ਆ ਨਾ, ਮੱਛੀ ਪਾਣੀ ਤੋਂ ਬਾਹਰ ਕੱਢ ਲੋ ਤੜਫਣ ਲੱਗ ਜਾਏਗੀ। ਤੇ ਸਚਿਆਰ ਸਿੱਖ ਦਾ ਗੁਰੂ ਤੋਂ ਬਿਨਾਂ ਇਉਂ ਤੜਫਦਾ ਮੱਛੀ ਤੋਂ। ਗੁਰੂ ਤੋਂ ਬਿਨਾਂ ਇੱਕ ਪਲ ਵੀ ਆਪਣਾ ਬਤੀਤ ਨਹੀਂ ਕਰਦਾ। ਤੇ ਸਾਡਾ ਇੰਨਾ ਮਾੜਾ ਹਾਲ, ਅਸੀਂ ਗੁਰਬਾਣੀ ਨੂੰ ਵੀ ਸਾਧ ਸੰਗਤ ਦੇ ਗੀਤਾਂ ਦੀਆਂ ਤਰਜ਼ਾਂ ਤੇ ਪੜਨ ਲੱਗੇ। ਪਾਵਨ ਪਵਿੱਤਰ ਤੇ ਬਾਣੀ ਗੁਰੂ ਨਾਨਕ ਸਾਹਿਬ ਦਰਗਾਹ ਦੇ ਵਿੱਚੋਂ ਲੈ ਕੇ ਆਏ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਾਣੀ ਰਚੀ, ਤੇ ਸਾਡੇ ਲੋਕਾਂ ਨੇ ਆਪਣਾ ਕਿਰਦਾਰ ਸਹੀ ਨਹੀਂ ਨਿਭਾਇਆ। ਤੇ ਉਧਰੋਂ ਸਿੱਖ ਤੜਫਦੇ ਐ, ਹੁਣ ਕੀ ਬਣੇਗਾ? ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦਾ ਸਮਾਂ ਨਹੀਂ ਮਿਲੇਗਾ। ਤੇ ਉਧਰੋਂ ਬਾਬਾ ਬੁੱਢਾ ਜੀ ਕਹਿੰਦੇ ਆ, ਕਹਿੰਦੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਿਰਪਾ ਕਰੋ, ਤੇਰੇ ਸਿੱਖ ਤਿੱਤੋਂ ਬਿਨਾ ਬਚ ਨਹੀਂ ਸਕਦੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਤੇਰੇ ਸਿੱਖ ਤੇਰੇ ਤੋਂ ਬਿਨਾ ਬਚ ਨਹੀਂ ਸਕਦੇ। ਤੜਫਦੇ ਐ, ਮੇਰੇ ਤੋਂ ਇਹ ਤੜਫਣਾ ਦੇਖੀ ਨਹੀਂ ਜਾਂਦੀ। ਤੇ ਉਧਰੋਂ ਜਹਾਂਗੀਰ ਬਾਦਸ਼ਾਹ ਆਰਾਮ ਕਰਦਾ ਪਿਆ, ਤੇ ਉਹਨੂੰ ਸੁਪਨਾ ਆਇਆ ਜਿਵੇਂ ਅੰਦਰ ਸ਼ੇਰ ਆ ਗਿਆ। ਸ਼ੇਰ ਨੇ ਉਹਦੀ ਛਾਤੀ ਤੇ ਪੈਰ ਧਰ ਲਿਆ ਪਏ ਨੇ। ਸੰਗਤ ਗੱਜ ਕੇ ਆਖੋ ਸਤਿ ਸ੍ਰੀ ਵਾਹਿਗੁਰੂ। ਇੱਕੋ ਲਖਤ ਭੜਕ ਕੇ ਉੱਠਿਆ। ਇਹ ਕੀ ਹੋਇਆ? ਜਦੋਂ ਕੋਈ ਮਾੜਾ ਸਮਾਂ ਆ ਜਾਏ ਕਿਵੇਂ ਨੀਂਦ ਉੱਡ ਜਾਂਦੀ ਹੈ। ਸੁਪਨਾ ਮਾੜਾ ਆ ਜਾਏ ਕਿਵੇਂ ਨੀਂਦ ਉੱਡ ਜਾਂਦੀ ਹੈ। ਫੇਰ ਜਦੋਂ ਅੱਖਾਂ ਬੰਦ ਕਰਕੇ ਸੌਣ ਲੱਗਦਾ ਹੈ, ਉਸੇ ਤਰ੍ਹਾਂ ਸ਼ੇਰ ਫੇਰ ਆਉਂਦਾ ਹੈ। ਸੁਪਨੇ ਦੇ ਵਿੱਚ ਆ ਕੇ ਉਹਦੀ ਛਾਤੀ ਤੇ ਪੈਰ ਫੇਰ ਧਰ ਲੈਂਦਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਤਰ੍ਹਾਂ ਜਹਾਂਗੀਰ ਬਾਦਸ਼ਾਹ ਨਾਲ ਕਈ ਵਾਰੀ ਇਹ ਘਟਨਾ ਵਾਪਰੀ। ਤਾਂ ਬੜੇ ਜੋਤਸ਼ੀ ਛੱਡੇ ਹੋਣੇ, ਬੜੇ ਸਿਆਣੇ ਸੱਦੇ। ਕੋਈ ਆਖੇ ਤੇਰੇ ਤੇ ਸਾੜ ਸੱਦੀ ਜਲਦੀ ਹੈ, ਕੋਈ ਆਖੇ ਤੇਰੇ ਤੇ ਕਿੰਨਾ ਸਮਾਂ ਮਾੜਾ ਆ ਗਿਆ, ਕਿੰਨੇ ਸਮੇਂ ਦਾ ਸਮਾਂ, ਇੰਨਾ ਸਮਾਂ ਤੇਰੇ ਤੇ ਮਾੜਾ ਚੱਲੇਗਾ। ਪਰ ਜਦੋਂ ਜਹਾਂਗੀਰ ਬਾਦਸ਼ਾਹ ਦੀ ਗੱਲ ਰਾਹ ਨਾ ਪਈ ਤੇ ਉਧਰੋਂ ਸਿੱਖ ਤੜਫਦੇ ਐ। ਸਿੱਖ ਤੜਫਦੇ ਐ। ਤੇ ਬਾਣੀ ਦੀਆਂ ਪੰਕਤੀਆਂ ਕਹਿੰਦੀਆਂ ਐ, ਉਹ ਸਿੱਖ ਗੁਰੂ ਤੋਂ ਬਿਨਾ ਨਹੀਂ ਬਚਦਾ, ਮੱਛੀ ਨਾ ਬਚੇ ਨੀਰ ਤੋਂ ਬਿਨਾ। ਗੁਰੂ ਤੋਂ ਬਿਨਾ ਨਾ ਸਿੱਖ ਬਚਦਾ, ਮੱਛੀ ਨਾ ਬਚੇ ਨੀਰ ਤੋਂ ਬਿਨਾ। ਸਿੱਖ ਗੁਰੂ ਤੋਂ ਬਿਨਾ ਨਹੀਂ ਬਚਦਾ, ਨੀਰ ਤੋਂ ਬਿਨਾ। ਸਿੱਖ ਗੁਰੂ ਤੋਂ ਬਿਨਾ ਨਹੀਂ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਸਿੱਖ ਗੁਰੂ ਤੋਂ ਬਿਨਾ ਨਹੀਂ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਸਿੱਖ ਗੁਰੂ ਤੋਂ ਬਿਨਾ ਨਹੀਂ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਗੁਰੂ ਤੋਂ ਬਿਨਾ ਨਾ ਬਚਦਾ, ਮੱਛੀ ਨਾ ਬਚੇ ਨੀਰ ਤੋਂ ਬਿਨਾ। ਗੁਰੂ ਤੋਂ ਬਿਨਾ ਨਾ ਸਿੱਖ ਬਚਦਾ, ਮੱਛੀ ਨਾ ਬਚੇ ਨੀਰ ਤੋਂ ਬਿਨਾ। ਸਿੱਖ ਗੁਰੂ ਤੋਂ ਬਿਨਾ ਨਹੀਂ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਸਿੱਖ ਗੁਰੂ ਤੋਂ ਬਿਨਾ ਨਹੀਂ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਸਿੱਖ ਗੁਰੂ ਤੋਂ ਬਿਨਾ ਨਹੀਂ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਸਿੱਖ ਗੁਰੂ ਤੋਂ ਬਿਨਾ ਨਹੀਂ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਮੱਛੀ ਨਾ ਬਚਦੀ ਨੀਰ ਤੋਂ ਬਿਨਾ, ਮੱਛੀ ਨਾ ਬਚੇ ਨੀਰ ਤੋਂ ਬਿਨਾ। ਮੱਛੀ ਨਾ ਬਚਦੀ ਨੀਰ ਤੋਂ ਬਿਨਾ, ਮੱਛੀ ਨਾ ਬਚਦੀ ਜੀ ਨੀਰ ਤੋਂ ਬਿਨਾ।
ਮੱਛੀ ਨਾ ਬਚਦੀ ਜੀ ਨੀਰ ਤੋਂ ਬਿਨਾ, ਮੱਛੀ ਨਾ ਬਚਦੀ ਜੀ ਨੀਰ ਤੋਂ ਬਿਨਾ। ਮੱਛੀ ਨਾ ਬਚੇ ਨੀਰ ਤੋਂ ਬਿਨਾ, ਮੱਛੀ ਨਾ ਬਚੇ ਜੀਓ ਨੀਰ ਤੋਂ ਬਿਨਾ। ਮੱਛੀ ਨਾ ਬਚਦੀ ਜੀ ਨੀਰ ਤੋਂ ਬਿਨਾ, ਮੱਛੀ ਨਾ ਬਚਦੀ ਜੀ ਨੀਰ ਤੋਂ ਬਿਨਾ, ਮੱਛੀ ਨਾ ਬਚਦੀ ਜੀ ਨੀਰ ਤੋਂ ਬਿਨਾ, ਮੱਛੀ ਨਾ ਬਚਦੀ ਜੀ ਨੀਰ ਤੋਂ ਬਿਨਾ। ਗੁਰੂ ਤੋਂ ਬਿਨਾ ਨਾ ਸਿੱਖ ਬਚਦਾ, ਮੱਛੀ ਨਾ ਬਚੇ ਨੀਰ ਤੋਂ ਬਿਨਾ। ਗੁਰੂ ਤੋਂ ਬਿਨਾ ਨਾ ਸਿੱਖ ਬਚਦਾ, ਮੱਛੀ ਨਾ ਬਚੇ ਨੀਰ ਤੋਂ ਬਿਨਾ। ਸਿੱਖਣਾ ਗੁਰੂ ਤੋਂ ਬਿਨਾ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਜਿਵੇਂ ਸਿੱਖਣਾ ਗੁਰੂ ਤੋਂ ਬਿਨਾ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਜਿਵੇਂ ਸਿੱਖਣਾ ਗੁਰੂ ਤੋਂ ਬਿਨਾ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਜਿਵੇਂ ਸਿੱਖਣਾ ਗੁਰੂ ਤੋਂ ਬਿਨਾ ਬਚਦਾ, ਮੱਛੀ ਨਾ ਬਚਦੀ ਨੀਰ ਤੋਂ ਬਿਨਾ। ਸਾਈਂ ਮੀਆਂ ਮੀਰ ਜੀ ਕੋਲ ਚਲੇ ਗਏ, ਬੁਲਾਇਆ। ਜਦੋਂ ਸਾਈਂ ਜੀ ਆਏ, ਸਾਈਂ ਜੀ ਕਹਿੰਦੇ, ਜਹਾਂਗੀਰ ਬਾਦਸ਼ਾਹ, ਤੈਨੂੰ ਇਹ ਬਾਦਸ਼ਾਹ ਦੇ ਨਸ਼ੇ ਨੇ ਇੰਨਾ ਕੁ ਕਮਲਾ ਕਰ ਦਿੱਤਾ, ਬਾਦਸ਼ਾਹ ਦੀ ਤਾਕਤ ਨੇ ਇੰਨਾ ਕੁ ਕਮਲਾ ਕਰ ਦਿੱਤਾ ਕਿ ਤੂੰ ਦੁਨੀਆ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੰਦੀ ਬਣਾਈ ਬੈਠਾ ਹੈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੰਦੀ ਬਣਾਈ ਬੈਠਾ ਹੈ। ਜੇ ਬਚਣਾ ਚਾਹਣਾ ਤੇਰੇ ਤੇ ਇੰਨਾ ਮਾੜਾ ਸਮਾਂ ਆਉਣਾ ਜੋ ਸਮੇਂ ਤੋਂ ਤੈਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਹੀ ਬਚਾ ਸਕਦੇ ਆ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹੀ ਬਚਾ ਸਕਦੇ ਆ। ਤੇ ਸਾਧ ਸੰਗਤ ਜਦੋਂ ਫਿਰ ਸਮਾਂ ਰਾਤ ਦਾ ਆਇਆ, ਉਸ ਦੇ ਨਾਲ ਫਿਰ ਉਹੀ ਘਟਨਾ ਵਾਪਰਦੀ ਹੈ। ਬੜਾ ਤੰਗ ਹੋ ਗਿਆ, ਬੜਾ ਜਦੋਂ ਜ਼ਿਆਦਾ ਤੰਗ ਹੋ ਗਿਆ, ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਬੇਨਤੀ ਕੀਤੀ, ਮਹਾਰਾਜ ਮੈਂ ਤੋਂ ਬੜੀ ਭੁੱਲ ਹੋ ਗਈ, ਹੁਣ ਕਿਰਪਾ ਕਰੋ। ਹੁਣ ਕਿੰਨਾ ਸਮਾਂ ਜਿਹੜੇ ਬੰਦੀ ਬਣਾਏ ਹੋਏ ਰਾਜੇ ਸੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਸੀ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਬਾਹਰੇ ਆਉਣ ਦੀ ਗੱਲ 52 ਰਾਜਿਆਂ ਨੂੰ ਪਤਾ ਲੱਗੀ, ਤਾਂ ਕੀ ਹੋਇਆ? ਉਹ 52 ਰਾਜਿਆਂ ਨੇ ਬੇਨਤੀ ਕਰੀ, ਸੱਚੇ ਪਾਤਸ਼ਾਹ ਇਹ ਜੀ ਕੋਈ ਤਾਕਤ ਨਹੀਂ ਕਿ ਸਾਨੂੰ ਇਸ ਬੰਦੀ ਖਾਨੇ ਵਿੱਚੋਂ ਕੋਈ ਰਿਹਾ ਕਰਾ ਸਕੇ।
ਦੇ ਵਿੱਚ ਕੋਈ ਤਾਕਤ ਤੁਹਾਡੇ ਤੋਂ ਇਲਾਵਾ ਨਹੀਂ ਕੋਈ ਆਈ ਜਿਹੜੇ ਇਸ ਬੰਦੀ ਖਾਨੇ ਵਿੱਚੋਂ ਕੋਈ ਜਿਉਂਦਾ ਗਿਆ ਹੋਵੇ। ਸੰਗਤ ਗੱਜ ਕੇ ਆਖੋ ਸਤਿਨਾਮ। ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਕਿਰਪਾ ਕਰੋ ਕਿ ਸਾਨੂੰ ਇਸ ਬੰਦੀ ਖਾਨੇ ਤੋਂ ਰਿਹਾ ਕਰਾਓ। ਤੇ ਛੇਵੇਂ ਪਾਤਸ਼ਾਹ ਹੱਸ ਕੇ ਕਹਿੰਦੇ ਆ, ਕਹਿੰਦੇ ਭਾਈ ਸਤ ਸੰਗਤ ਦਾ ਜਨਮ ਮਰਨ ਦਾ ਬੰਧਨ ਕੱਟ ਦਿੰਦੀ ਹੈ। ਤੁਸੀਂ ਬੰਦੀ ਖਾਨੇ ਦੀ ਗੱਲ ਕਰਦੇ ਹੋ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤ ਸੰਗਤ ਦਾ ਜਨਮ ਮਰਨ ਦਾ ਗੇੜ ਕੱਟ ਦਿੰਦੀ ਹੈ। ਤੁਸੀਂ ਬੰਦੀ ਖਾਨੇ ਦੀ ਗੱਲ ਕਰਦੇ ਹੋ। ਜਦੋਂ ਸਾਈਂ ਮੀਆਂ ਮੀਰ ਜੀ ਨੂੰ ਬੁਲਾਇਆ, ਬੁਲਾ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਕਿਉਂ ਜਹਾਂਗੀਰ ਬਾਦਸ਼ਾਹ ਨੇ ਵਿਚੋਲਾ ਪਾਇਆ ਨਾ, ਕਹਿੰਦੇ ਜਾ ਕੇ ਕਹੋ ਬਾਦਸ਼ਾਹ ਨੂੰ, ਜੇ ਇਹ ਜਿਹੜੇ ਰਾਜੇ ਬੰਦੀ ਬਣਾਏ ਹੋਏ ਨੇ ਇਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਇਹਨਾਂ ਨੂੰ ਵੀ ਰਿਹਾ ਕੀਤਾ ਜਾਵੇ। ਸਿੱਖ ਤਾਂ ਪਰਉਪਕਾਰੀ ਹੁੰਦਾ ਹੈ, ਗੁਰੂ ਪਰਉਪਕਾਰੀ ਹੈ, ਸਿੱਖ ਨੇ ਪਰਉਪਕਾਰੀ ਤਾਂ ਹੋਣਾ ਹੀ ਹੈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਨੇ ਸਿੱਖ ਨੂੰ ਪਰਉਪਕਾਰ ਵਾਲਾ ਰਸਤਾ ਵਿਖਾਇਆ ਹੈ। ਦੁਸ਼ਮਣ ਤੇ ਵੀ ਉਪਕਾਰ ਕਰ ਦੇਣਾ। ਕੋਈ ਮਾੜੀ ਬਿਰਤੀ ਲੈ ਕੇ ਆਇਆ ਉਹ ਤੇ ਵੀ ਉਪਕਾਰ ਕਰ ਦੇਣਾ। ਕੋਈ ਚੰਗੀ ਬਿਰਤੀ ਲੈ ਕੇ ਆਇਆ ਉਹ ਤੇ ਤਾਂ ਉਪਕਾਰ ਕਰਨੀ ਕਰਨਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਾ ਕੇ ਕਹੋ, ਜੇ 52 ਰਾਜਿਆਂ ਨੂੰ ਇਸ ਬੰਦੀ ਖਾਨੇ ਤੋਂ ਰਿਹਾ ਕੀਤਾ ਜਾਏ ਤੇ ਫਿਰ ਮੇਰੀ ਰਿਹਾਈ ਹੋਊਗੀ। ਕਮਾਲ ਦੀ ਗੱਲ ਹੈ। ਬਾਦਸ਼ਾਹ ਕਹਿੰਦਾ ਚੰਗਾ, ਜੇ ਮਹਾਰਾਜ ਚਾਹੁੰਦੇ ਆ ਤੇ ਜਿੰਨੀਆਂ ਕਲੀਆਂ ਚੋਲੇ ਦਾ ਲੜ ਫੜ ਕੇ ਜਿੰਨੇ ਰਾਜੇ ਉਹ ਬੰਦੀ ਖਾਨੇ ਵਿੱਚੋਂ ਰਿਹਾ ਕਰ ਲਿਜਾ ਸਕਦੇ ਆ ਉਹ ਲੈ ਜਾ। ਤੇ ਫਿਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ 52 ਕਲੀਆਂ ਵਾਲਾ ਚੋਲਾ ਪਾਇਆ। ਪਹਿਨ ਕੇ ਚੋਲਾ 52 ਕਲੀਆਂ ਵਾਲਾ, ਇੱਕ ਇੱਕ ਲੜੀ ਦਾ ਪੱਲੜਾ, ਇੱਕ ਇੱਕ ਕਲੀ ਦਾ ਪੱਲੜਾ, ਇੱਕ ਇੱਕ ਰਾਜੇ ਨੂੰ ਫੜਾ ਕੇ ਸਾਧ ਸੰਗਤ ਜੀ ਉਸ ਬੰਦੀ ਖਾਨੇ ਵਿੱਚੋਂ ਰਿਹਾ ਕਰਾਇਆ। ਤਾਂ ਹੀ ਉਹ ਛੇਵੇਂ ਪਾਤਸ਼ਾਹ ਨੂੰ ਮੇਰੀ ਪੀਰੀ ਦੇ ਮਾਲਕ ਤੇ ਬੰਦੀ ਛੋੜ ਪਾਤਸ਼ਾਹ ਕਹਿੰਦੇ ਆ। ਸੰਗਤ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬੰਦੀ ਖਾਨੇ ਵਿੱਚ ਵੀ ਪੁਕਾਰ ਸੁਣ ਲਈ ਰਾਜਿਆਂ ਦੀ। ਤੇ ਜੈਸਾ ਗੁਰੂ ਐਸੇ ਗੁਰੂ ਦੇ ਸਿੱਖ। ਤੇ ਸਿੱਖ ਮਿਲਣ ਦੀ ਤਾਂਘ ਵਿੱਚ ਬੈਠੇ। ਬਾਬਾ ਬੁੱਢਾ ਜੀ ਵਰਗੇ ਮਿਲਣ ਦਾ ਯਤਨ ਕਰਦੇ ਰਹੇ। ਹਰ ਇੱਕ ਕਿਰਦਾਰ ਸਿੱਖਾਂ ਨੇ ਨਿਭਾਇਆ ਗੁਰੂ ਨੂੰ ਮਿਲਣ ਵਾਸਤੇ। ਤੇ ਅਸੀਂ ਹਰ ਇੱਕ ਕਿਰਦਾਰ ਉਹ ਨਿਭਾਉਣੇ ਆ ਜਿਹੜਾ ਸਾਨੂੰ ਗੁਰੂ ਤੇ ਗੁਰੂ ਦੀ ਮਰਿਆਦਾ ਤੋਂ ਪਰੇ ਲੈ ਜਾਏ। ਐਡੇ ਮਾੜੇ ਭਾਗ ਹੈ ਸਾਡੇ। ਹਰ ਇੱਕ ਸਿੱਖ ਆਪਣੀ ਜ਼ਿੰਮੇਵਾਰੀ ਸਮਝਦਾ ਸੀ
ਤੇ ਬਸ ਅਸੀਂ ਜ਼ਿੰਮੇਵਾਰੀ ਹੀ ਕਿਸੇ ਹੋਰ ਤੇ ਡਿਪੈਂਡ ਕਰਦੀ, ਤਾਂ ਕਰਕੇ ਅਸੀਂ ਗੁਰੂ ਸਾਹਿਬ ਦੀ ਸੇਵਾ ਨਹੀਂ ਕਰ ਸਕਦੇ। ਜਿੱਥੇ ਕੋਈ ਸਿੱਖ ਨੂੰ ਪਤਾ ਲੱਗ ਜਾਂਦਾ ਸੀਗਾ, ਜਦੋਂ ਮੱਸੇ ਰੰਗੜ ਨੇ ਪਾਪ ਕਰਿਆ ਹਰਮੰਦਰ ਸਾਹਿਬ ਦੇ ਅੰਦਰ, ਭਾਈ ਸਾਹਿਬ ਨੂੰ ਕਿਸੇ ਨੇ ਕਿਹਾ ਸੀ ਜਾ ਕੇ, ਜੇ ਤੁਸੀਂ ਉਹਦਾ ਸਿਰ ਵੱਢ ਕੇ ਲਿਆਓ। ਉਹਨਾਂ ਨੂੰ ਕਿਹਾ ਥੋੜੀ ਸੀ ਕਿਸੇ ਨੇ, ਤੇ ਉਹਨਾਂ ਨੇ ਆਪਣੇ ਆਪ ਜ਼ਿੰਮੇਵਾਰੀ ਸਮਝੀ, ਉਹਨਾਂ ਨੇ ਆਪਣੇ ਆਪ ਜ਼ਿੰਮੇਵਾਰੀ ਸਮਝੀ। ਜੇ ਗੁਰੂ ਘਰ ਦੀ ਬੇਅਦਬੀ ਹੋ ਰਹੀ ਹੈ, ਉੱਥੇ ਇੱਕ ਪਾਪੀ ਨੇ ਆਪਣਾ ਕੰਜਰਖਾਨਾ ਕਰਨਾ ਸ਼ੁਰੂ ਕਰ ਦਿੱਤਾ, ਤੇ ਪਰ ਉੱਥੇ ਭਾਈ ਸਾਹਿਬ ਹੋਰਾਂ ਨੇ, ਸੱਚਾਰੇ ਸਿੱਖਾਂ ਨੇ ਕੀ ਵਿਧੀ ਬਣਾਈ। 2 ਸਿੱਖ ਘਰ ਤੋਂ ਆਏ, ਠੀਕਰਿਆਂ ਦੀ ਗੱਠੜੀ ਬੰਨਣੀ, ਤੇ ਦੂਜੇ ਸਿੱਖ ਨੂੰ ਕਹਿੰਦਾ ਜਦ ਮੈਂ ਇਹ ਗੱਠੜੀ ਅੰਦਰ ਉਹਦੇ ਪੈਰਾਂ 'ਚ ਨੂੰ ਛੱਡਾਂਗਾ ਖੁੱਲੇਗੀ, ਜਦੋਂ ਜ਼ਾਲਮ ਇਹ ਗੱਠੜੀ ਵੱਲ ਦੇਖੇਗਾ ਉਹਦਾ ਸਿਰ ਨੀਵਾਂ ਹੋਏਗਾ। ਕਹਿੰਦੇ ਇੱਕ ਪਲ ਦੀ ਵੀ ਦੇਰੀ ਨਾ ਕਰੀ ਸਿੱਖਾ, ਤੇ ਮੈਨੂੰ ਉਹਦਾ ਸਿਰ ਧੜ ਤੋਂ ਵੱਖਰਾ ਚਾਹੀਦਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਕਿਹੜੇ ਸਿੱਖ ਸੀ? ਭਾਈ ਸੁੱਖਾ ਸਿੰਘ, ਭਾਈ ਸੁੱਖਾ ਸਿੰਘ, ਭਾਈ ਮਹਿਤਾਬ ਸਿੰਘ। ਉਹ ਪਹਿਰੇਦਾਰ ਪੁੱਛਦੇ ਆ, ਉਹ ਕਹਿੰਦੇ ਗੱਠੜੀ 'ਚ ਕੀ ਹੈ? ਕਿਉਂਕਿ ਜਿਹੜਾ ਕੋਈ ਮਿਲਣ ਵਾਸਤੇ ਭੇਟਾ ਲੈ ਕੇ ਆਉਂਦਾ ਸੀ, ਉਹਨੂੰ ਹੀ ਮਿਲਣ ਦਿੰਦੇ ਸੀ ਮੱਸੇ ਰੰਗੜ ਨੂੰ। ਉਹ ਕਹਿੰਦੇ ਵੀ ਇਹਦੇ ਵਿੱਚ ਮੋਹਰਾਂ ਨੇ, ਮੋਹਰਾਂ ਲੈ ਕੇ ਆਏ ਆ ਅਸੀਂ। ਜਦੋਂ ਭਾਈ ਸੁੱਖੇ ਨੇ ਜਦੋਂ ਛਿੱਟੀ ਨਾ, ਉਹ ਗੱਠੜੀ ਮੱਸੇ ਦੇ ਪੈਰਾਂ 'ਚ ਨੂੰ ਖੁੱਲ ਗਈ। ਉਹ ਦੇਖਿਆ ਠੀਕਰੀਆਂ, ਕਮਾਲ ਦੀ ਗੱਲ ਹੈ, ਉਹ ਗੱਠੜੀ ਖੁੱਲ ਗਈ, ਮੱਸਾ ਥੱਲੇ ਨੂੰ ਦੇਖਦਾ ਤੇ ਭਾਈ ਮਹਿਤਾਬ ਸਿੰਘ ਤੇਗ ਕੱਢਦਾ ਤਾਂ ਉਸੇ ਟਾਈਮ ਉਹਦਾ ਸਿਰ ਧੜ ਤੋਂ ਵੱਖਰਾ ਕਰ ਦਿੰਦਾ। ਇਹ ਹੈ ਸਿੱਖੀ ਦਾ ਕਿਰਦਾਰ। ਇਹ ਸਿੱਖ ਦੀ ਜ਼ਿੰਮੇਵਾਰੀ ਹੈ। ਕੋਈ ਸਿੱਖ ਗੁਰੂ ਦੀ ਬੇਅਦਬੀ ਕਰੇ, ਉਸ ਬੇਅਦਬੀ ਦਾ ਉਸੇ ਤਰੀਕੇ ਨਾਲ ਹੱਕ ਲੈਣਾ। ਇਹ ਜ਼ਿੰਮੇਵਾਰੀ ਹੈ ਸਿੱਖ ਦੀ। ਇਹ ਸੱਚਿਆਰ ਸਿੱਖ ਦੀ ਨਿਸ਼ਾਨੀ ਹੈ। ਤੇ ਫਿਰ ਉਹ ਸੱਚਿਆਰ ਸਿੱਖ ਦੇਖੋ ਕਿੰਨੇ ਪਹਿਰੇਦਾਰ ਵੀ ਉੱਥੇ ਹੋਣੇ, ਪਰ ਖੱਦੋ ਖੁੰਡੀ ਖੇਡਦੇ ਆਏ ਉਹਦੇ ਸਿਰ ਦੀ। ਉਹਦੇ ਸਿਰ ਦੀ ਖੱਦੋ ਖੁੰਡੀ ਖੇਡਦੇ ਆਏ। ਕਮਾਲ ਦੀ ਗੱਲ ਹੈ, ਉਹ ਸਿੱਖ ਪਹਿਰੇਦਾਰਾਂ ਦੀ ਹਾਜ਼ਰੀ ਵਿੱਚ ਮੱਸੇ ਦਾ ਸਿਰ ਵੱਢ ਸਕਦੇ ਆ। ਤੇ ਹੁਣ ਵਾਲੇ ਸਿੱਖ 10-10 ਗਨਮੈਨ ਲਈ ਫਿਰਦੇ ਆ, ਤਾਂ ਨਹੀਂ ਕਰ ਸਕਦੇ। ਹੁਣ ਵਾਲੇ ਸਿੱਖ 10-10 ਗਨਮੈਨ ਲਈ ਫਿਰਦੇ ਆ, ਤੇ ਤਾਂ ਵੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਦਾ ਹੱਕ ਨਹੀਂ ਲੈ ਸਕਦੇ। ਕਮਾਲ ਦੀ ਗੱਲ ਹੈ,
ਗੁਰੂ ਨੇ ਸਾਨੂੰ ਪਰੇ ਨਹੀਂ ਕੀਤਾ, ਅਸੀਂ ਗੁਰੂ ਤੋਂ ਪਰੇ ਹੋਏ ਹਾਂ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨੇ ਸਿੰਘ ਨਜ਼ਰਬੰਦ ਨੇ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ ਵਿੱਚ ਨਜ਼ਰਬੰਦ ਸੀਗੇ। ਚਰਨਾਂ ਦੇ ਸਿੱਖ ਭਾਈ ਪੁਰਾਣੇ ਵਰਗੇ, ਭਾਈ ਜੇਠੇ ਵਰਗੇ ਕਿੰਨੇ ਉਪਰਾਲੇ ਕਰਦੇ ਸੀ ਉਹਨਾਂ ਨੂੰ ਬਾਹਰ ਲਿਆਉਣ ਵਾਸਤੇ। ਕਿੰਨੀਆਂ ਵਿਧੀਆਂ ਭਾਈ ਵਿਧੀ ਵਰਗੇ ਬਣਾਉਂਦੇ ਸੀ ਜੇ ਕਿਵੇਂ ਨਾ ਕਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬਾਹਰ ਲਿਆਈਏ। ਉਹ ਸਿੱਖ ਦੀ ਜ਼ਿੰਮੇਵਾਰੀ ਸੀ। ਤੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਹੀ ਭੱਜੇ ਆ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਸੀਂ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਿਭਾ ਨਹੀਂ ਸਕੇ, ਭਾਵੇਂ ਅਸੀਂ ਸਵਾਰਥੀ ਹੋ ਗਏ। ਜੇ ਸਰਕਾਰਾਂ ਸੁਣਦੀਆਂ ਇੱਕ ਸਿੱਖ ਤੇ ਝੂਠੇ 133 ਗਵਾਹ ਤਿਆਰ ਕੀਤੇ, ਇੱਕ ਸਿੱਖ ਯੂਪੀ ਦਾ ਚੜ੍ਹਾਈ ਕਰ ਗਿਆ ਜੇਲ੍ਹ ਦੇ ਵਿੱਚ, ਉਹਦੇ ਘਰੇ ਵੀ ਨਹੀਂ ਪਤਾ ਉਹ ਜਿਉਂਦਾ ਸੀ ਕਿ ਮਰ ਗਿਆ। ਕਮਾਲ ਦੀ ਗੱਲ ਹੈ। ਕਿੰਨੇ ਨਜ਼ਰਬੰਦ ਸਿੱਖ ਜਿਨ੍ਹਾਂ ਨੇ ਆਪਣੇ ਦੇਸ਼ ਕੌਮ ਤੋਂ ਜਵਾਨੀਆਂ ਵਾਰੀਆਂ, ਆਪਣੇ ਗੁਰੂ ਤੋਂ ਜਵਾਨੀਆਂ ਵਾਰਤੀਆਂ। ਭਾਈ ਹਵਾਰੇ ਵਰਗੇ ਸਿੱਖ ਤੇ ਸਾਡੇ ਭਾਈਚਾਰੇ ਨੇ ਕੋਈ ਜ਼ਿੰਮੇਵਾਰੀ ਸਮਝੀ ਨਹੀਂ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਕੋਈ ਮਸਲਾ ਹੱਲ ਹੋਣ ਤੇ ਆਉਂਦਾ ਹੈ, ਉਸੇ ਸਮੇਂ ਸਾਡੇ ਇਰਾਦੇ ਬਦਲ ਜਾਂਦੇ ਆ। ਜਾਂ ਤਾਂ ਅਸੀਂ ਲਾਲਚੀ ਬਣ ਜਾਂਦੇ ਆ ਤੇ ਜਾਂ ਅਸੀਂ ਸਵਾਰਥੀ ਬਣ ਜਾਂਦੇ ਆ। ਗੁਰੂ ਦੀ ਜ਼ਿੰਮੇਵਾਰੀ ਤੋਂ ਭੱਜ ਕੇ ਸਿੱਖ ਦਾ ਤੁਸੀਂ ਇਉਂ ਸਮਝੋ ਅਸੀਂ ਸਰੀਰ ਦੇ ਹੀ ਸਿੱਖ ਹਾਂ। ਜਿਹੜਾ ਸਿੱਖ ਜ਼ਿੰਮੇਵਾਰੀ ਤੋਂ ਭੱਜਦਾ ਹੈ, ਸਾਡੀ ਗਿਣਤੀ ਤਾਂ ਫਿਰ ਮਸੰਦਾਂ ਵਿੱਚ ਹੁੰਦੀ ਹੈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਕੋਠੀਆਂ ਕਿਸੇ ਕਾਰਾਂ ਦਾ ਨਾ ਥੋੜੀ ਸਿੱਖ ਹੈ। ਸਿੱਖ ਤਾਂ ਜਿਹੜਾ ਗੁਰੂ ਦੀ ਸਿੱਖਿਆ ਤੇ ਚੱਲੇ, ਗੁਰੂ ਉਪਦੇਸ਼ ਕਰੇ ਸਿੱਖ ਸਤ ਕਰਕੇ ਮੰਨੇ, ਗੁਰੂ ਕਹੇ ਸਿੱਖ ਮੰਨ ਲਵੇ। ਗੁਰੂ ਕਹਿੰਦਾ ਤੂੰ ਜ਼ਿੰਮੇਵਾਰੀ ਸਮਝ ਆਪਣੀ, ਤੇ ਸਿੱਖ ਕਹਿੰਦਾ ਮੇਰੀ ਜ਼ਿੰਮੇਵਾਰੀ ਕੋਈ ਨਹੀਂ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਿੱਖ ਕਹਿੰਦਾ ਮੇਰੀ ਜ਼ਿੰਮੇਵਾਰੀ ਕੋਈ ਨਹੀਂ। ਇਸ ਕਰਕੇ ਭਾਈ ਸੱਚ ਦਾ ਸੁਨੇਹਾ ਤਾਂ ਉਹ ਸੁਣੇਗਾ, ਉਹਨੂੰ ਚੰਗਾ ਲੱਗੇਗਾ ਜਿਹੜਾ ਸੱਚ ਦਾ ਪੁਜਾਰੀ ਹੋਏਗਾ। ਤਾਂ ਹੀ ਤਾਂ ਬਾਬਾ ਜੀ ਬੇਨਤੀ ਕਰਦੇ ਆ, ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ। ਗੁਰੂ ਸਾਹਿਬ ਕਹਿੰਦੇ ਜਿਹੜਾ ਸਿੱਖ ਸੱਚ ਨੂੰ ਪਛਾਣਦਾ ਹੈ, ਭਾਈ ਹਵਾਰੇ ਵਰਗੇ ਸਿੱਖ, ਹੋਰ ਭਾਈ ਦਵਿੰਦਰਪਾਲ ਸਿੰਘ ਭੁੱਲਰ ਵਰਗੇ ਸਿੱਖ, ਭਾਈ ਵਿਧੀਏ ਵਰਗੇ ਸਿੱਖਾਂ ਦੀ ਗੱਲ ਕੀਤੀ ਹੈ, ਭਾਈ ਮਤੀ ਦਾਸ ਵਰਗੇ ਸਿੱਖਾਂ ਦੀ ਗੱਲ ਕੀਤੀ ਹੈ, ਭਾਈ ਦਿਆਲਾ ਜੀ ਵਰਗੇ, ਭਾਈ ਮਨੀ ਸਿੰਘ ਵਰਗੇ, ਮੀਰ ਮੰਨੂ ਦੀ ਜੇਲ੍ਹ ਦੇ ਵਿੱਚ 6 ਮਹੀਨਿਆਂ ਦੇ ਬੱਚਿਆਂ ਦੀ ਕੁਰਬਾਨੀ, ਉਹ ਸਿੱਖਾਂ ਦੀ ਗੱਲ ਹੈ। ਕਹਿੰਦੇ ਮੈਂ ਇਹੋ ਜਿਹੇ ਸਿੱਖਾਂ ਦੇ ਪੈਰ ਚੁੰਮਦਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਪੈਰ ਤਿੰਨਾਂ ਦੇ ਚੁੰਮਾ ਜਿਹਨੇ ਸੱਚ ਨੂੰ ਪਛਾਣਿਆ, ਪੈਰ
ਚੁਮਾ ਜਿਨੇ ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਨੇ ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਨਾ ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਨੇ ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਹਨੇ ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਹਨੇ ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਨਾ 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 ਸੱਚ ਨੂੰ ਪਛਾਣਿਆ, 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 ਓ ਸੱਚ ਨੂੰ ਪਛਾਣਿਆ, ਸੱਚ ਨੂੰ ਪਛਾਣਿਆ, ਓ ਸੱਚ ਨੂੰ ਪਛਾਣਿਆ, ਸੱਚ ਨੂੰ ਪਛਾਣਿਆ, ਆ ਸੱਚ ਨੂੰ ਪਛਾਣਿਆ, 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 ਓ ਸੱਚ ਨੂੰ ਪਛਾਣਿਆ, ਸੱਚ ਨੂੰ ਪਛਾਣਿਆ, ਆਓ ਸੱਚ ਨੂੰ ਪਛਾਣਿਆ, ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਹਨੇ ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਹਨੇ ਸੱਚ ਨੂੰ ਪਛਾਣਿਆ, ਓ ਪੈਰਤਨਾ ਦੇ ਚੁਮਾ ਜਿਨਾ ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਨਾ ਸੱਚ ਨੂੰ ਪਛਾਣਿਆ, ਆ ਪੈਰਤਨਾ ਦੇ ਚੁਮਾ ਜਿਨਾ ਸੱਚ ਨੂੰ ਪਛਾਣਿਆ, ਪੈਰਤਨਾ ਦੇ ਚੁਮਾ ਜਿਨਾ ਸੱਚ ਨੂੰ ਪਛਾਣਿਆ, ਮਹਾਰਾਜ ਕਹਿੰਦੇ ਮੈਂ ਇਹੋ ਜਿਹੇ ਸਿੱਖ ਦੇ ਪੈਰ ਚੁੰਮਦਾ ਜਿਹੜੇ ਸਿੱਖ ਆਪਣੀ ਜ਼ਿੰਮੇਵਾਰੀ ਸਮਝਦੇ ਤੇ ਗੁਰੂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ, ਸਿੱਖੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਅਤੇ ਸਿੱਖੀ ਦੀ ਚੜ੍ਹਦੀ ਕਲਾ ਵਿੱਚ ਜੀਵਨ ਚ ਪਹਿਰਾ ਦਿੰਦਾ ਹੈ, ਸੱਚ ਨੂੰ ਪਛਾਣਦਾ ਹੈ, ਸੱਚ ਦਾ ਉਪਦੇਸ਼ ਮੰਨਦਾ ਹੈ, ਉਪਦੇਸ਼ ਮੰਨਦਿਆਂ ਭਾਵੇਂ ਆਪਣੇ ਬੱਚਿਆਂ ਨੂੰ ਕੁਰਬਾਨ ਕਰਨਾ ਪੈ ਜੇ ਜ਼ਿੰਮੇਵਾਰੀ ਤੋਂ ਨਹੀਂ ਭੱਜਦਾ। ਇਹੋ ਜਿਹੇ ਸਿੱਖਾਂ ਦੀ ਗੁਰੂ ਗੱਲ ਕਰਦਾ ਹੈ। ਜਿੰਨੇ ਵਾਰ ਵੀ ਵਡਿਆਈ ਦਿੱਤੀ ਹੈ ਗੁਰੂ ਨੇ ਆਪਣੇ ਸਿੱਖ ਨੂੰ ਦਿੱਤੀ ਹੈ, ਤੇ ਸਾਧ ਸੰਗਤ ਜੀ ਜਿਹੜੀ ਥਾਂ ਥਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੁੰਦੀ ਹੈ ਤਾਂ ਸਿੱਖ ਦੀ ਅਣਗਹਿਲੀ ਹੈ। ਜਿਹੜੀਆਂ ਸਰਕਾਰਾਂ ਨੇ ਪੰਜਾਬ ਦੀ ਜਵਾਨੀ ਰੋਲਤੀ, ਜਿਹੜੀਆਂ ਹਕੂਮਤ ਸਰਕਾਰਾਂ ਨੇ ਪੰਜਾਬ ਦੀ ਕਿਸਾਨੀ ਰੋਲਤੀ, ਜਿਨ੍ਹਾਂ ਦੇ ਰਾਜ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬੇਅਦਬੀ ਹੋਈ, ਜਿਨ੍ਹਾਂ ਦੇ ਹੁੰਦਿਆਂ ਤੇ ਸਾਧ ਸੰਗਤ ਜੀ ਕਿੰਨੇ ਧੀਆਂ ਨਾਲ ਬਲਾਤਕਾਰ ਹੋਏ, ਸਿੱਖਾਂ ਦੀ ਬੇਪੱਤੀ ਹੋਈ, ਸਿੱਖ ਬੀਬੀਆਂ ਦੀ ਬੇਪੱਤੀ ਹੋਈ, ਨਾਬਾਲਗਾਂ ਨਾਲ ਬਲਾਤਕਾਰ ਹੋਏ, ਤੇ ਅਸੀਂ ਉਹਨਾਂ ਨੂੰ ਸਰਕਾਰ ਕਹਿੰਦੇ ਆ, ਅਸੀਂ ਉਹਨਾਂ ਤੋਂ ਸਿੱਖੀ ਨੂੰ ਬਚਾਉਣ ਦੀ ਭੀਖ ਮੰਗਦੇ ਆ। ਅਸੀਂ ਸਿੱਖ ਇਕੱਠੇ ਹੋ ਕੇ ਇਹੋ ਜਿਹੀਆਂ ਸਰਕਾਰਾਂ ਤੋਂ ਸਿੱਖੀ ਦੀ ਭੀਖ ਮੰਗਦੇ ਆ, ਤੇ ਜਿਨ੍ਹਾਂ ਦੇ ਰਾਜ ਦੇ ਵਿੱਚ ਗੁਰੂ
ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਕਰਨ ਵਾਲੇ ਨੂੰ ਬਚਾਇਆ ਜਾਂਦਾ ਹੈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੁਸੀਂ ਇੱਕ ਗੱਲ ਦੇਖੋ, ਜਿਨ੍ਹਾਂ ਨੇ ਬੇਅਦਬੀ ਕੀਤੀ ਹੁਣ ਤੱਕ ਕਿਹੜੀ ਸਰਕਾਰ ਨੇ ਕਿੱਥੇ ਸਜ਼ਾ ਕਠਨ ਦਿੱਤੀ ਹੈ? ਇੱਕ ਥਾਵੇਂ ਨਹੀਂ ਬੇਅਦਬੀ ਹੋਈ। ਤੁਸੀਂ ਦੇਖੋ ਬਰਗਾੜੀ ਕੀ ਕੁਛ ਹੋਇਆ। ਜਿਹੜੀ ਇੱਥੇ ਤਰਖਾਣ ਮਾਜਰੇ ਬੇਅਦਬੀ ਹੋਈ ਹੈ, ਦੇਖੋ ਉਹ ਦਿਨ ਵੀ ਬਰਗਾੜੀ, ਉਸੇ ਦਿਨ ਹੀ ਬਰਗਾੜੀ ਬੇਅਦਬੀ ਹੋਈ ਸੀ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਪਤਾ ਨਹੀਂ ਸਾਡੇ ਸਿੱਖਾਂ ਨੂੰ ਗੁਰੂ ਕਿਹੜੀ ਹੱਦ ਤੱਕ ਪਰਖਦਾ ਹੈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਆਪਣੀ ਜ਼ਿੰਮੇਵਾਰੀ ਸਮਝੋ। ਜ਼ਿੰਮੇਵਾਰੀ ਸਮਝੋਗੇ ਸਿੱਖੀ ਨੂੰ ਬਚਾ ਲਓਗੇ। ਸਰਕਾਰਾਂ ਤੋਂ ਕੋਈ ਆਸ ਨਾ ਰੱਖੋ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਨੂੰ ਆਰਥਿਕ ਪੱਖੋਂ ਕਮਜ਼ੋਰ ਕਰਤਾ। ਸਾਡਾ ਬੱਚਾ ਨਸ਼ੇੜੀ ਹੋਇਆ ਫਿਰਦਾ ਹੈ। ਸਾਡੇ ਕਿਸਾਨ ਸੜਕਾਂ ਤੇ ਰੁਲਦੇ ਆ। ਸਾਡੇ ਬਜ਼ੁਰਗ ਜਿਨ੍ਹਾਂ ਨੇ ਆਪਣਾ ਬੁਢੇਪੇ ਦਾ ਸੁੱਖ ਮੰਨਣਾ ਸੀ, ਕਮਾਲ ਦੀ ਗੱਲ ਹੈ, ਉਹ ਸੜਕਾਂ ਤੇ ਕਈ ਥਾਵੇਂ ਤਾਂ ਬਜ਼ੁਰਗਾਂ ਦੀ ਮੌਤ ਵੀ ਹੋ ਗਈ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਸਿੱਖਾਂ ਨੂੰ ਜਾਗਣਾ ਪਏਗਾ। ਕਿੰਨਾਂ ਨੂੰ ਜਾਗਣਾ ਪਏਗਾ? ਉਹਨਾਂ ਨੂੰ ਨਹੀਂ ਜਿਹੜੇ ਏਸੀਆਂ 'ਚ ਬੈਠੇ ਆ, ਉਹਨਾਂ ਨੂੰ ਨਹੀਂ, ਤੇ ਜਿਹੜੇ ਜ਼ਿੰਮੇਵਾਰੀ ਤੋਂ ਭੱਜੇ ਆ। ਹਰ ਇੱਕ ਨਾਗਰਿਕ ਨੂੰ ਜਾਗਣਾ ਪੈਣਾ। ਹਰ ਇੱਕ ਸਿੱਖ ਨੂੰ ਜਾਗਣਾ ਪੈਣਾ। ਹਰ ਇੱਕ ਸਿੱਖ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪੈਣੀ ਆ। ਭਾਈ ਘਰਾਂ 'ਚ ਬੈਠੇ ਸਿੱਖੋ, ਹੁਣ ਤੁਹਾਡੇ ਵੱਡਿਆਂ ਤੇ ਆਸ ਨਹੀਂ ਰਹੀ। ਜੇ ਤੁਹਾਨੂੰ ਕੋਈ ਲੀਡਰ ਸਿੱਖੀ ਪ੍ਰਤੀ ਇਨਸਾਫ ਦਿਵਾਏਗਾ। ਸਰਕਾਰਾਂ ਦੀ ਇਮਾਨਦਾਰੀ ਤੁਸੀਂ ਦੇਸ਼ ਕੀ ਚੁੱਕੇ ਹੋ। ਜਿਹੜੀ ਸਰਕਾਰ ਦੇ ਰਾਜ ਦੇ ਵਿੱਚ ਸਿੱਖਾਂ ਦੇ ਗੁਰੂ ਦੀ ਬੇਅਦਬੀ ਹੋਵੇ, ਧਰਮ ਨੂੰ ਤਾਰ-ਤਾਰ ਕੀਤਾ ਜਾਂਦਾ ਹੋਵੇ, ਇਹੋ ਜੀ ਸਰਕਾਰ ਦੇ ਅੱਗੇ ਬੈਠ ਕੇ ਅਸੀਂ ਸਿੱਖੀ ਦੀ ਭੀਖ ਮੰਗਦੇ ਆ। ਹਰ ਇੱਕ ਸਿੱਖ ਨੂੰ ਜਾਗਣਾ ਚਾਹੀਦਾ ਹੈ। ਹਰ ਇੱਕ ਸਿੱਖ ਨੂੰ ਜ਼ਿੰਮੇਵਾਰੀ ਸਮਝਣੀ ਚਾਹੀਦੀ ਆ। ਕਿਵੇਂ? ਜਿਵੇਂ ਭਾਈ ਸੁੱਖਾ ਸਿੰਘ ਨੇ ਸਮਝੀ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਵੇਂ ਭਾਈ ਮਹਿਤਾਬ ਸਿੰਘ ਨੇ ਸਮਝੀ, ਉਹ ਜ਼ਿੰਮੇਵਾਰੀ ਹੈ। ਭਾਈ ਹਵਾਰਾ ਸਿੰਘ ਵਰਗਿਆਂ ਨੇ ਜ਼ਿੰਮੇਵਾਰੀਆਂ ਸਮਝੀਆਂ। ਕਿੰਨੇ ਸਿੱਖ ਇਸ ਜ਼ਾਲਮ ਸਰਕਾਰ ਨੇ ਝੂਠੇ ਕੇਸ ਪਾ ਕੇ ਨਜ਼ਰਬੰਦ ਕੀਤੇ ਹੋਏ ਆ। ਉਹ ਰਿਹਾ ਕਦੋਂ ਹੋਣਗੇ? ਜਦੋਂ ਅਸੀਂ ਆਪਣੀ ਜ਼ਿੰਮੇਵਾਰੀ ਸਮਝਣ ਲੱਗੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਲੀਡਰ ਨੇ ਉਹ ਰਿਹਾ ਨਹੀਂ ਕਰਾਉਣੇ, ਕਿਉਂਕਿ ਉਹਨਾਂ ਦੀਆਂ ਜ਼ਮੀਰਾਂ ਵਿਕ ਚੁੱਕੀਆਂ। ਉਹਨਾਂ ਦੀਆਂ ਜਿਹੜੀਆਂ ਜ਼ਮੀਰਾਂ ਉਹ ਮਾਇਆ ਨਾਲ ਤੁਲ ਚੁੱਕੀਆਂ ਨੇ, ਤੇ ਸਿੱਖ ਦੀ ਜ਼ਮੀਰ ਨੂੰ ਮਾਇਆ ਤੋੜ ਨਹੀਂ ਸਕਦੀ। ਸਿੱਖ ਦੀ ਕੁਰਬਾਨੀ ਨੂੰ ਤੋੜ ਨਹੀਂ ਸਕਦੀ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸੇ ਕਰਕੇ ਭਾਈ ਬੰਦੀ ਛੋੜ ਦਿਵਸ ਦੇ ਸੰਬੰਧ ਵਿੱਚ ਇਹ ਸਮਾਗਮ ਰਚਿਆ। ਬੜੀ ਦੁੱਖ ਵਾਲੀ ਗੱਲ ਤਾਂ ਉਦੋਂ ਲੱਗਦੀ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਹੋਈ। ਹੋਣ ਤੋਂ ਬਾਅਦ ਸਰਕਾਰਾਂ ਉਹਨਾਂ ਨੂੰ ਬਚਾਉਣ ਵਿੱਚ ਲੱਗ ਕੇ ਉਹਨਾਂ ਨੂੰ ਮੈਂਟਲ ਕਰਾਰ ਦੇ ਦਿੰਦੀਆਂ। ਦੇਖੋ ਅੰਦਰ ਜਾਣ ਵਾਸਤੇ ਉਹ ਤਰੀਕਾ ਆਪਣੇ ਸਿਰ ਤੇ ਪੀਲੇ ਰੰਗ ਦਾ ਪਰਨਾ ਬੰਨ੍ਹਦਾ ਹੈ, ਕੈਮਰਿਆਂ ਵੱਲ ਵੇਖਦਾ ਹੈ। ਜੇ ਉਹ ਪਾਗਲ ਹੋਵੇ ਉਹ ਸਿਰ ਤੇ ਪਰਨਾ ਕਿਵੇਂ ਬੰਨੇ?
ਪਾਗਲਾਂ ਦੀ ਹਾਲਤ ਆਪਾਂ ਦੇਖੀ ਐ। ਸੜਕਾਂ ਤੇ ਪਾਗਲ ਤੁਰੇ ਫਿਰਦੇ ਹੁੰਦੇ ਆ, ਵੇਖਿਆ ਨਾ, ਜਿਨ੍ਹਾਂ ਨੂੰ ਸੁੱਧ ਨਹੀਂ ਹੁੰਦੀ। ਉਹ ਤਾਂ ਤਨ ਤੇ ਕੱਪੜੇ ਨਹੀਂ ਪਾਉਂਦੇ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਇਹ ਚੀਜ਼ ਦਾ। ਤੇ ਇਸ ਕਰਕੇ ਭਾਈ ਕੁੱਤਾ ਰਾਜ ਬਹਾਲੀ ਹੈ। ਸਾਡੀਆਂ ਸਰਕਾਰਾਂ ਸਾਨੂੰ ਖਤਮ ਕਰਨ ਤੇ ਲੱਗੀਆਂ, ਇਹ ਆਪਣੇ ਆਪ ਬਚਣਾ ਪੈਣਾ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਕੋਈ ਸਿੰਘ ਸੇਵਾ ਕਰਦਾ ਹੈ, ਭਾਈ ਪ੍ਰੋਪਰ ਗੁਰੂ ਸਾਹਿਬ ਦੀ ਜ਼ਿੰਮੇਵਾਰੀ ਨਾਲ ਸੇਵਾ ਕਰਨੀ ਹੈ। ਜੇ ਕੋਈ ਸਮੇਂ ਤੇ ਕੋਈ ਬੇਅਦਬੀ ਕਰਨ ਵਾਲਾ ਮਿਲ ਜੇ, ਉਹਦੀ ਉੱਥੇ ਸੇਵਾ ਕਰ ਦਿਓ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੇ ਮੁਕਤ ਕਰ ਦਿਓ। ਇਹ ਜ਼ਿੰਮੇਵਾਰੀ ਬਣਦੀ ਹੈ ਸਿੱਖ ਦੀ, ਅਸਲੀ ਜ਼ਿੰਮੇਵਾਰੀ ਹੈ ਇਹ। ਜਿੱਥੇ ਕੋਈ ਬੇਅਦਬੀ ਕਰੇ, ਉੱਥੇ ਉਹਨੂੰ ਉੱਥੇ ਹੀ ਮੁਕਤ ਕਰ ਦਿੱਤਾ ਜਾਵੇ। ਜਿਨ੍ਹਾਂ ਨੇ ਬੇਅਦਬੀ ਕਰੀ ਤੇ ਉਹਨਾਂ ਨੂੰ ਮੁਕਤ ਸਿੰਘਾਂ ਨੇ ਕਿਵੇਂ ਕੀਤਾ, ਕਿਹੋ ਜਿਹੀਆਂ ਵਿਧੀਆਂ ਬਣਾਈਆਂ, ਕਿਹੋ ਜਿਹੀਆਂ ਖੇਡਾਂ ਰਚੀਆਂ। ਚੁਰਾਸੀ ਦਾ ਕਤਲੇਆਮ ਹੋਇਆ। ਤੇ ਜਿਹੜੇ ਕੰਮ ਸਾਡੇ ਆਮ ਸਿੱਖਾਂ ਤੋਂ ਨਹੀਂ ਹੋਏ, ਉਹ ਕੰਮ ਭਾਈ ਰਾਜੋਆਣੇ ਵਰਗਿਆਂ ਨੇ ਕੀਤਾ। ਜਿੰਨਾ ਕੌਮ ਦੇ ਵਿੱਚ ਜ਼ਿੰਮੇਵਾਰੀ ਸਿੱਖਾਂ ਨੇ ਨਿਭਾਈ, ਤੇ ਉੱਥੇ ਸਰਕਾਰੀ ਮੁਲਾਜ਼ਮ ਵੀ ਕਈ ਲੱਗੇ ਸਨ, ਉਹਨਾਂ ਨੇ ਵੀ ਉਦੋਂ ਵੱਡੀਆਂ ਜ਼ਿੰਮੇਵਾਰੀਆਂ ਨਿਭਾਈਆਂ। ਬੇਅੰਤ ਤੇ ਬੁੱਚੜ ਨੇ ਕਿੰਨਾ ਪਾਪ ਕੀਤਾ ਸੀਗਾ। ਕਿੰਨੇ ਨੌਜਵਾਨ ਸਿੰਘ ਸ਼ਹੀਦ ਹੋਏ, ਸ਼ਹੀਦ ਕਰੇ, ਝੂਠੇ ਮੁਕਾਬਲੇ ਬਣਾਏ, ਤੇ ਉਹਨੂੰ ਗੱਡੀ ਕਿਹਨਾਂ ਨੇ ਚੜਾਇਆ? ਕੌਣ ਸੀ ਉਹ ਘਰਾਂ 'ਚ ਬੈਠਣ ਵਾਲੇ ਥੋੜੀ ਸੀ। ਉਹ ਸਰਕਾਰੀ ਨੌਕਰ ਸਨ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਇੰਦਰਾ ਗਾਂਧੀ ਕਿਹਨਾਂ ਨੇ ਗੱਡੀ ਚੜਾਈ? ਉਹ ਵੀ ਸਰਕਾਰੀ ਨੌਕਰ ਸਨ। ਹਰ ਇੱਕ ਸਿੱਖ ਤੋਂ ਗੁਰੂ ਸੇਵਾ ਲੈਂਦਾ ਹੈ, ਉਹ ਭਾਵੇਂ ਕਿਹੋ ਜਿਹੀ ਵੀ ਜ਼ਿੰਮੇਵਾਰੀ ਚ ਹੋਵੇ। ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਇਸ ਕਰਕੇ ਭਾਈ ਸਿੱਖੋ, ਆਪੋ ਆਪਣੀ ਜ਼ਿੰਮੇਵਾਰੀ ਸਮਝੋ। ਜ਼ਿੰਮੇਵਾਰੀ ਸਮਝੋਗੇ, ਧਰਮ ਦੀ ਰੱਖਿਆ ਹੋਏਗੀ। ਸਿੱਖਾਂ ਦੇ ਗੁਰੂਆਂ ਨੇ ਵੱਖਰੇ ਵੱਖਰੇ ਧਰਮ ਦੀ ਰੱਖਿਆ ਕੀਤੀ, ਆਪਣੇ ਬਲੀਦਾਨ ਦੇ ਕੇ। ਤੇ ਆਉਣ ਵਾਲੇ ਸਮਾਂ ਦੇ, ਜੇ ਅਸੀਂ ਜ਼ਿੰਮੇਵਾਰੀ ਨਾ ਸਮਝੀ, ਆਉਣ ਵਾਲੇ ਸਮੇਂ ਦਾ ਇਤਿਹਾਸ ਕੀ ਹੋਵੇਗਾ ਸਮਝੋ। ਕਿ ਆਪਣੇ ਧਰਮ ਦੀ ਰਾਖੀ ਨਹੀਂ ਕਰ ਸਕੇ। ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਕਰਕੇ ਭਾਈ ਜ਼ਿੰਮੇਵਾਰੀ ਸਮਝੋ। ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਪੇ ਮੇਲੇ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਦਾ ਪਾਇਆ ਸਹਿਜ ਸੇਤੀ, ਮਨ ਬੱਤੀਆਂ ਬੁਝਾਈਆਂ। ਆਦਰ ਤਨ ਪਰਿਵਾਰ ਭਰੀਆ, ਸ਼ਬਦ ਗਾਵਣ ਆਇਆ। ਸਤਿਗੁਰ ਗਾਵੋ ਹਰੀ ਕੀਰਾ, ਮਨ ਦੀਨੀ ਬੁਝਾਇਆ। ਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।
ਕਰਤਾ ਤੇਰਾ ਸਭ ਕੁਛ ਹੈ ਜਿਸ ਤੇ ਕੋ ਪਾਵੇ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਬਸਿਆ ਪਾਛੇ ਸਭ ਤਿਕ ਨਿਹਰੇ। ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ। ਨਾਮ ਮੇਰਾ ਆਧਾਰੋ ਅਜ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ ਤਿਸ ਦੀਆਂ ਵਡਿਆਈਆਂ। ਹੈ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ। ਹਾਂ ਮੇਰਾ ਆਧਾਰੋ ਵਾਜੇ ਪੰਜ ਤਬਦ ਚਿਤ ਚਾਰ ਸੁਭਾਗੈ। ਸੁਭਾਗੈ ਸ਼ਬਦ ਬਾਜੇ ਕਲਾ ਜਿਤ ਕਰ ਸਾਰੀਆ। ਪੰਜਤ ਤਤਵਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਤ ਕਰ ਅਨਿਯਤ ਬਾਜੇ। ਆਨੰਦ ਸੁਨੋ ਵਡ ਭਾਗੀਓ ਸਗਲ ਮਨੋਰਥ ਪੂਰੇ। ਤਾਰ ਧਰਮ ਪ੍ਰਭ ਪਾਇਆ ਉਤਰ ਸਗਲ ਬਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਜੇ ਪੂਰੇ ਗੁਰ ਤੇ ਜਾਨੀ। ਤੇ ਪੁਨਿਤ ਕਹਤੇ ਬਿਨਵੰਤ ਨਾਨਕ ਗੁਰ ਚਰਨ ਲਾਗੀ ਪਾਜੇ ਅਨਿਯਤ ਪੂਰੇ ਸਲੋਕ। ਆਪਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਤੋਏ ਦਾਈ ਦਾਇਆ ਖੇਲ ਸਗਲ ਜਗਤ। ਕਰਮੀ ਆਪੋ ਆਪਣੀ ਕਿਨੜ ਕੇ ਦੂਰ। ਨਾਨਕ ਤੇ ਮੁਖ ਉਚਲੇ ਕੀਤੀ ਸੁਟੀ ਨਾਲ। ਨਾਨਕ ਤੇ ਮੁਖ ਉਚਲੇ ਕੀਤੀ ਸੁਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ